नमस्कार दोस्तों, स्वागत है आपका हमारे यूट्यूब चैनल एग्जाम प्रेपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਤਿੰਨ ਟੌਪਿਕ ਕਵਰ ਕਰਾਂਗੇ। ਪਹਿਲਾ ਟੌਪਿਕ ਹੈ ਲੋਕ ਸਭਾ, ਦੂਸਰਾ ਟੌਪਿਕ ਹੈ ਰਾਜ ਸਭਾ, ਤੀਸਰਾ ਟੌਪਿਕ ਹੈ ਸਪੀਕਰ ਆਫ ਦੀ ਲੋਕ ਸਭਾ। ਚੱਲਦੇ ਹਾਂ ਅੱਜ ਦੇ ਆਪਣੇ ਪਹਿਲੇ ਟੌਪਿਕ ਤੇ। ਹਾਂਜੀ, ਪਹਿਲਾ ਹੈ ਜੀ ਸਵਾਲ ਆਪਣੇ ਕੋਲ, ਲੋਕ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? ਇਹਦਾ ਰਾਈਟ ਆਨਸਰ ਹੈ ਜੀ 550। 331 ਆਰਟੀਕਲ ਦੇ ਤਹਿਤ ਜਿਹੜਾ ਪ੍ਰੈਜ਼ੀਡੈਂਟ ਹੈ ਉਹ 2 ਮੈਂਬਰ ਇੰਡੀਅਨ ਐਂਗਲੋ ਦੇ ਨਾਮਜ਼ਦ ਕਰ ਸਕਦਾ ਸੀ। 2019 ਦੇ ਵਿੱਚ ਸੰਵਿਧਾਨਿਕ ਸੋਧ ਹੋਈ 104 ਨੰਬਰ। ਇਹਦੇ ਤਹਿਤ ਹੁਣ ਜਿਹੜਾ ਰਾਸ਼ਟਰਪਤੀ ਹੈ ਉਹ ਇੰਡੀਅਨ ਐਂਗਲੋ ਦੇ 2 ਮੈਂਬਰ ਨਾਮਜ਼ਦ ਨਹੀਂ ਕਰ ਸਕਦਾ ਤੇ ਜਿਹੜੀ ਲੋਕ ਸਭਾ ਦੀ ਜਿਹੜੀ ਮੈਕਸਿਮਮ ਸਟਰੈਂਥ ਹੈ 552 ਤੋਂ ਘਟ ਕੇ ਰਹਿ ਗਈ 550। ਹਾਂਜੀ, ਕੁਝ ਗੱਲਾਂ ਨੋਟ ਕਰਨੀਆਂ ਜੀ। ਜਿਹੜੀ ਪਾਰਲੀਮੈਂਟ ਹੈ ਉਹ ਕੇਂਦਰ ਦੀ ਵਿਧਾਨ ਸਭਾ ਹੈ ਤੇ ਜਿਹੜੀ ਪਾਰਲੀਮੈਂਟ ਹੈ ਉਹ ਤਿੰਨ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ, ਰਾਸ਼ਟਰਪਤੀ, ਲੋਕ ਸਭਾ ਤੇ ਰਾਜ ਸਭਾ। ਵੈਰੀ ਵੈਰੀ ਇੰਪੋਰਟੈਂਟ ਫੈਕਟ, ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਵੀ ਪਾਰਲੀਮੈਂਟ ਕਿੰਨਾਂ ਤੋਂ ਮਿਲ ਕੇ ਬਣਦੀ ਹੈ, ਤਾਂ ਲੋਕ ਸਭਾ, ਰਾਜ ਸਭਾ ਤੇ ਟਿਕ ਲਗਾਏ ਹੁੰਦੇ ਬੱਚੇ ਤੇ ਰਾਸ਼ਟਰਪਤੀ ਭੁੱਲ ਜਾਂਦੇ ਆ। ਠੀਕ ਹੈ ਜੀ, ਰਾਸ਼ਟਰਪਤੀ, ਲੋਕ ਸਭਾ ਤੇ ਰਾਜ ਸਭਾ ਤਿੰਨੋਂ ਮਿਲ ਕੇ ਹੀ ਜਿਹੜੇ ਪਾਰਲੀਮੈਂਟ ਬਣਾਉਂਦੇ ਆ। ਲੋਕ ਸਭਾ ਜਿਹੜਾ ਹੈਗਾ ਉਹਨੂੰ ਲੋਕਾਂ ਦਾ ਸਦਨ ਕਿਹਾ ਜਾਂਦਾ ਜਾਂ ਹੇਠਲਾ ਸਦਨ ਕਿਹਾ ਜਾਂਦਾ। ਇਹਦੇ ਮੈਂਬਰਾਂ ਦੀ ਜਿਹੜੀ ਮਿਆਦ ਹੈ ਉਹ 5 ਸਾਲ ਹੁੰਦੀ ਹੈ ਤੇ ਵੱਧ ਤੋਂ ਵੱਧ ਜਿਹੜੇ ਮੈਂਬਰਾਂ ਦੀ ਗਿਣਤੀ ਉਹ 550 ਹੈ। ਉਹ ਮੈਂ ਤੁਹਾਨੂੰ ਦੱਸਦਾ, ਪਹਿਲਾਂ 552 ਹੁੰਦੀ ਸੀ। 2 ਮੈਂਬਰ ਇੰਡੀਅਨ ਐਂਗਲੋ ਦੇ ਆਰਟੀਕਲ 331 ਦੇ ਤਹਿਤ ਰਾਸ਼ਟਰਪਤੀ ਲੋਕ ਸਭਾ 'ਚ ਨਾਮਜ਼ਦ ਕਰਦਾ ਸੀ, ਪਰ 2019 ਦੇ ਵਿੱਚ 104 ਅਮੈਂਡਮੈਂਟ ਹੋਈ ਜਿਹਦੇ ਤਹਿਤ ਹੁਣ ਰਾਸ਼ਟਰਪਤੀ 2 ਮੈਂਬਰ ਲੋਕ ਸਭਾ 'ਚ ਨਾਮਜ਼ਦ ਨਹੀਂ ਕਰ ਸਕਦਾ ਤੇ ਹੁਣ ਜਿਹੜੀ ਘਟ ਕੇ ਮੈਕਸਿਮਮ ਸਟਰੈਂਥ 550 ਰਹਿ ਗਈ। ਤੇ 2019 ਤੋਂ ਲੋਕ ਸਭਾ ਦੇ ਜਿਹੜੇ ਸਪੀਕਰ ਇਸ ਟਾਈਮ ਵਰਤਮਾਨ ਸਪੀਕਰ ਓਮ ਬਿਰਲਾ ਜੀ ਹਨ ਤੇ ਜਿਹੜਾ ਮਣੀ ਬਿੱਲ ਜਿਹਨੂੰ ਧਨ ਬਿੱਲ ਕਹਿੰਦੇ ਆ ਉਹ ਇਕੱਲਾ ਲੋਕ ਸਭਾ 'ਚ ਹੀ ਪੇਸ਼ ਕੀਤਾ ਜਾ ਸਕਦਾ। ਇਹ ਲੋਕ ਸਭਾ ਦੀ ਵਿਸ਼ੇਸ਼ ਪਾਵਰ ਹੈ। ਹਾਂਜੀ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਲੋਕ ਸਭਾ ਦਾ ਗਠਨ ਹੋਇਆ ਜੀ? ਇਹਦਾ ਸਹੀ ਰਾਈਟ ਆਨਸਰ ਹੈਗਾ ਜੀ 81। ਜਿਹੜਾ ਆਰਟੀਕਲ 80 ਦੇ ਤਹਿਤ ਰਾਜ ਸਭਾ ਦਾ ਗਠਨ ਹੋਇਆ, ਵੀ ਧਿਆਨ 'ਚ ਰੱਖ ਲਿਓ ਜੀ। ਠੀਕ ਹੈ ਜੀ, ਭਾਰਤੀ ਸੰਵਿਧਾਨ ਦੇ ਅਨੁਛੇਦ 83 ਦੇ ਤਹਿਤ ਲੋਕ ਸਭਾ ਦਾ ਗਠਨ 5 ਸਾਲਾਂ ਦੇ ਲਈ ਕੀਤਾ ਜਾਂਦਾ ਹੈ ਤੇ ਇਹ ਹੇਠਲਾ ਸਦਨ ਹੈ ਭਾਰਤੀ ਸੰਸਦ ਦਾ ਤੇ ਇਹਦੇ ਜਿਹੜੇ ਮੈਂਬਰ ਸਿੱਧੇ ਲੋਕਾਂ ਦੁਆਰਾ ਚੁਣੇ ਜਾਂਦੇ ਆ। ਠੀਕ ਹੈ ਜੀ, ਤੇ ਲੋਕ ਸਭਾ ਨੂੰ ਰਾਸ਼ਟਰਪਤੀ ਭੰਗ ਕਰ ਸਕਦਾ ਹੈ ਕਿਹਦੀ ਸਿਫਾਰਿਸ਼ ਤੇ? ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ। ਇਹ ਵੀ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਕਿਸੇ ਮੈਂਬਰ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਵਾਂਝਾ ਕੀਤਾ ਜਾ ਸਕਦਾ ਹੈ ਜੇਕਰ ਉਹ ਬਿਨਾਂ ਕਿਸੇ ਨੋਟਿਸ ਦੇ ਕਿੰਨੇ ਦਿਨਾਂ ਤੱਕ ਸਦਨ ਤੋਂ ਗੈਰ ਹਾਜ਼ਰ ਰਹਿੰਦਾ ਹੈ? ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ 60 ਦਿਨ। ਜੇ 60 ਦਿਨ ਕੋਈ ਮੈਂਬਰ ਬਿਨਾਂ ਨੋਟਿਸ ਦਿੱਤੇ ਲਗਾਤਾਰ ਉਹ ਗੈਰ ਹਾਜ਼ਰ ਚੱਲਦਾ ਹੈ ਸੰਸਦ ਦੀਆਂ ਕਾਰਵਾਈਆਂ ਤੋਂ, ਤਾਂ ਉਹਨੂੰ ਉਹਦੀ ਮੈਂਬਰਸ਼ਿਪ ਹੈ ਉਸ ਤੋਂ ਖੋਹ ਲਈ ਜਾਂਦੀ ਹੈ। ਹਾਂਜੀ, ਹੁਣ ਚੱਲਦੇ ਹਾਂ ਵੀ ਇੱਕ ਸੰਸਦ ਦੀ ਮੈਂਬਰੀ ਦੀ ਸਮਾਪਤੀ ਕਿਵੇਂ ਹੋ ਸਕਦੀ ਹੈ। ਠੀਕ ਹੈ ਜੀ, ਪਹਿਲਾ ਤਾਂ ਹੈ ਜੀ ਜੇ ਉਹ 60 ਦਿਨ ਬਿਨਾਂ ਕਿਸੇ ਨੋਟਿਸ ਤੋਂ ਸਦਨ ਤੋਂ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਹਦੀ ਮੈਂਬਰਸ਼ਿਪ ਸਮਾਪਤ ਹੋ ਜਾਵੇਗੀ। ਦੂਸਰਾ ਹੈ ਉਹ ਪਾਰਟੀ ਦੀਆਂ ਹਦਾਇਤਾਂ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਵੀ ਉਹਦੀ ਜਿਹੜੀ ਮੈਂਬਰਸ਼ਿਪ ਜਿਹੜੀ ਹੈਗੀ ਹੈ ਰੱਦ ਹੋ ਜਾਏਗੀ। ਪਾਰਟੀ ਆ ਉਹ ਗਾਈਡਲਾਈਨ ਜਾਰੀ ਕਰਦੀ ਹੈ, ਵਿਪ ਜਿਹਨੂੰ ਕਹਿ ਦਿੰਦੇ ਆ। ਠੀਕ ਹੈ, ਜੇ ਪਾਰਟੀ ਦੇ ਵਿਪ ਦੀ ਉਹ ਉਲੰਘਣਾ ਕਰਦਾ ਹੈ ਤਾਂ ਵੀ ਉਹਦੇ ਵਿਰੁੱਧ ਪਾਰਟੀ ਹੈ ਜਿਹੜੀ ਉਹਨੂੰ ਸੰਸਦੀ ਮੈਂਬਰਸ਼ਿਪ ਤੋਂ ਸਮਾਪਤੀ ਦੇ ਲਈ ਉਹ ਸਪੀਕਰ ਨੂੰ ਲਿਖ ਕੇ ਦੇ ਸਕਦੀ ਹੈ। ਉਹ ਆਪਣੀ ਮਰਜ਼ੀ ਦੇ ਨਾਲ ਉਸ ਪਾਰਟੀ ਦੀ ਮੈਂਬਰਸ਼ਿਪ ਤੋਂ ਤਿਆਗ ਦੇ ਦਿੰਦਾ ਜਿਸ ਤੇ ਉਹ ਮੈਂਬਰ ਚੁਣ ਕੇ ਜਿੱਤਿਆ ਹੁੰਦਾ। ਮੰਨ ਲਓ ਵੀ ਕੋਈ ਮੈਂਬਰ ਹੈ ਕਾਂਗਰਸ ਦੀ ਪਾਰਟੀ ਤੋਂ ਇਲੈਕਸ਼ਨ ਲੜਦਾ ਤੇ ਜਿੱਤ ਜਾਂਦਾ, ਪਰ ਸਰਕਾਰ ਬੀਜੇਪੀ ਦੀ ਬਣ ਜਾਂਦੀ ਹੈ। ਹੁਣ ਉਹਦੇ ਇਰਾਦੇ ਨੇਕ ਨਹੀਂ ਗਏ ਮੈਂਬਰ ਦੇ, ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਤੇ ਸਰਕਾਰ ਦਾ ਫਾਇਦਾ ਉਠਾਉਣਾ ਚਾਹੁੰਦਾ, ਤਾਂ ਉਹ ਕੀ ਕਰਦਾ ਹੈ ਫਿਰ? ਉਹ ਕਾਂਗਰਸ ਦੀ ਜਿਹੜੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਗਾ ਤੇ ਨਾਲ ਦੇ ਨਾਲ ਹੀ ਉਹਦੀ ਸੰਸਦ ਦੀ ਮੈਂਬਰਸ਼ਿਪ ਵੀ ਖਤਮ ਹੋ ਜਾਏਗੀ ਤੇ ਉਸ ਜਿੱਥੋਂ ਚੁਣਿਆ ਸੀ ਉੱਥੇ ਦੁਬਾਰਾ ਇਲੈਕਸ਼ਨ ਹੋਏਗਾ। ਇਹ ਗੱਲ ਧਿਆਨ ਰੱਖ ਲੈਣੀ ਹੈ, ਬਹੁਤ ਇੰਪੋਰਟੈਂਟ ਫੈਕਟ ਹੈ ਇਹ। ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ ਜੀ? ਇਹ 25 ਸਾਲ ਘੱਟੋ ਘੱਟ ਉਮਰ ਚਾਹੀਦੀ ਹੈ ਤੇ ਪ੍ਰਧਾਨ ਮੰਤਰੀ ਬਣਨ ਦੇ ਲਈ ਵੀ ਘੱਟੋ ਘੱਟ 25 ਸਾਲ ਉਮਰ ਚਾਹੀਦੀ ਹੈ, ਇਹ ਵੀ ਧਿਆਨ ਰੱਖ ਲੈਣਾ ਜੀ। ਹਾਂਜੀ, ਕੁਝ ਲੋਕ ਸਭਾ ਮੈਂਬਰ ਬਣਨ ਦੀਆਂ ਜ਼ਰੂਰੀ ਯੋਗਤਾਵਾਂ ਕਿਹੜੀਆਂ? ਸਭ ਤੋਂ ਪਹਿਲਾਂ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਉਸ ਦੀ ਉਮਰ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, ਉਹ ਭਾਰਤ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਵੀ ਲਾਭਦਾਇਕ ਅਹੁਦੇ ਤੇ ਨਹੀਂ ਹੋਣਾ ਚਾਹੀਦਾ, ਉਹ ਪਾਗਲ ਜਾਂ ਦਿਵਾਲੀਆ ਨਹੀਂ ਹੋਣਾ ਚਾਹੀਦਾ, ਉਸ ਨੂੰ ਸੰਸਦ ਦੇ ਕਾਨੂੰਨ ਤਹਿਤ ਅਯੋਗ ਠਹਿਰਾਇਆ ਨਾ ਹੋਵੇ। ਇਹ ਤਾਂ ਹੋ ਗਈਆਂ ਜੀ ਜ਼ਰੂਰੀ ਉਹਦੀਆਂ ਯੋਗਤਾਵਾਂ। ਕਾਰਜਕਾਲ ਦੀ ਗੱਲ ਕਰਦੇ ਹਾਂ ਜੀ ਹੁਣ। ਜਿਹੜਾ ਲੋਕ ਸਭਾ ਦਾ ਕਾਰਜਕਾਲ ਦੀ ਮਿਆਦ ਆ ਉਹ 5 ਸਾਲ ਹੁੰਦੀ ਹੈ, ਪਰ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਉਹਨੂੰ 5 ਸਾਲ ਤੋਂ ਪਹਿਲਾਂ ਵੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ। ਇਹ ਸਾਰੇ ਇੰਪੋਰਟੈਂਟ ਫੈਕਟ ਹੈ, ਤੁਸੀਂ ਸਾਰਿਆਂ ਨੇ ਧਿਆਨ 'ਚ ਰੱਖਣੇ ਜੀ। ਹਾਂਜੀ, ਲੋਕ ਸਭਾ ਦਾ ਮੈਂਬਰ ਬਣਨ ਦੀ ਹੁਣ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ ਜੀ? 25 ਸਾਲ ਆਪਾਂ ਪੜ੍ਹ ਕੇ ਗਏ ਹਾਂ ਤੇ ਪ੍ਰਧਾਨ ਮੰਤਰੀ ਬਣਨ ਦੇ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ ਜੀ? 25 ਸਾਲ। ਇਹਦਾ ਸਾਰਾ ਜਿਹੜਾ ਵਰਣਨ ਹੈ ਸੰਵਿਧਾਨ ਦੀ ਧਾਰਾ 84B ਦੇ ਵਿੱਚ ਕੀਤਾ ਗਿਆ ਜੀ। ਰਾਜ ਸਭਾ ਦਾ ਮੈਂਬਰ ਬਣਨ ਦੀ ਘੱਟੋ ਘੱਟ ਉਮਰ 30 ਸਾਲ ਤੇ ਰਾਸ਼ਟਰਪਤੀ ਬਣਨ ਦੇ ਲਈ ਘੱਟੋ ਘੱਟ 35 ਸਾਲ। ਇਹ ਵੀ ਧਿਆਨ 'ਚ ਰੱਖ ਲੈਣੀ ਹੈ ਜੀ। ਤੇ ਭਾਰਤ ਦੇ ਵਿੱਚ ਨਾਗਰਿਕ ਨੂੰ ਵੋਟ ਪਾਉਣ ਦੀ ਜਿਹੜੀ ਉਮਰ ਪਹਿਲਾਂ 21 ਸਾਲ ਸੀ ਤੇ 61ਵੀਂ ਸੋਧ ਵਿੱਚ ਇਹ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਇਹ ਸਾਰੇ ਤੁਸੀਂ ਧਿਆਨ 'ਚ ਰੱਖਣੇ ਜੀ। ਲੋਕ ਸਭਾ ਦਾ ਪਿਤਾਮਾ ਜਾਂ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਜੀ.ਵੀ. ਮਾਵਲੰਕਰ। ਵੈਰੀ ਵੈਰੀ ਇੰਪੋਰਟੈਂਟ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਤੇ ਜੀ.ਵੀ. ਮਾਵਲੰਕਰ ਹੈ, ਇਹ ਫਸਟ ਸਪੀਕਰ ਸੀ ਲੋਕ ਸਭਾ ਦੇ ਜੀ। ਇਹ ਵੀ ਧਿਆਨ 'ਚ ਰੱਖਣਾ ਜੀ। ਪੰਜਾਬ ਤੋਂ ਲੋਕ ਸਭਾ ਦੇ ਕਿੰਨੇ ਮੈਂਬਰ ਚੁਣ ਕੇ ਜਾਂਦੇ ਆ ਜੀ? ਲੋਕ ਸਭਾ ਦੇ 13 ਮੈਂਬਰ ਆ ਜਿਹੜੇ ਪੰਜਾਬ ਤੋਂ ਚੁਣ ਕੇ ਜਾਂਦੇ ਆ। ਜੇ ਲੋਕ ਸਭਾ ਦੀ ਜਗ੍ਹਾ ਤੇ ਸੰਸਦ ਸ਼ਬਦ ਆ ਜਾਂਦਾ ਫਿਰ ਕਿੰਨੇ ਹੋਣੇ ਜੀ ਸੀ? ਫਿਰ 13 ਤਾਂ ਲੋਕ ਸਭਾ ਦੇ ਜਾਂਦੇ ਆ ਜੀ ਤੇ 7 ਮੈਂਬਰ ਆ ਜਿਹੜੇ ਉਹ ਰਾਜ ਸਭਾ ਦੇ ਜਾਂਦੇ ਆ ਤੇ ਟੋਟਲ 20 ਆਨਸਰ ਹੋਣਾ ਸੀ। ਫਿਰ ਇਹ ਧਿਆਨ ਰੱਖਣਾ ਹੈ, ਪ੍ਰਸ਼ਨ ਧਿਆਨ ਨਾਲ ਪੜ੍ਹਨਾ ਹੈ ਕਿਉਂਕਿ ਅਕਾਲੀ ਦੇ ਵਿੱਚ ਆਪਾਂ ਥੋੜੇ ਜਿਹੇ ਜੋਸ਼ ਵਿੱਚ ਆ ਕੇ ਗਲਤ ਜਿਹੜੇ ਆਨਸਰ ਆ ਉਹ ਮਾਰਕ ਕਰਕੇ ਆ ਜਾਂਦੇ ਆ। ਅੱਗੇ ਹੈ ਜੀ ਨੈਕਸਟ ਆਪਣਾ ਸਵਾਲ ਹੈ ਜੀ, ਐਮਰਜੈਂਸੀ ਦੀ ਘੋਸ਼ਣਾ ਦੌਰਾਨ ਲੋਕ ਸਭਾ ਦੀ ਮਿਆਦ ਨੂੰ ਕਿੰਨੇ ਸਮੇਂ ਤੱਕ ਵੱਧ ਤੋਂ ਵੱਧ ਵਧਾਇਆ ਜਾ ਸਕਦਾ ਹੈ? ਠੀਕ ਹੈ ਜੀ, ਵੱਧ ਤੋਂ ਵੱਧ ਕਿੰਨੇ ਸਮੇਂ ਤੱਕ ਵਧਾਇਆ ਜਾ ਸਕਦਾ? ਉਹ 1 ਸਾਲ ਤੱਕ ਹੈ ਜੀ। ਠੀਕ ਹੈ ਜੀ, ਜੇ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਹੋ ਜਾਂਦੀ ਹੈ ਤਾਂ ਲੋਕ ਸਭਾ ਦੀ ਮਿਆਦ ਨੂੰ 1 ਸਾਲ ਤੱਕ ਵਧਾਇਆ ਜਾ ਸਕਦਾ ਹੈ। ਠੀਕ ਹੈ ਜੀ, ਇੱਕ ਇੱਕ ਕਰਕੇ 3 ਸਾਲ ਤੱਕ ਵਧਾਇਆ ਜਾ ਸਕਦਾ, ਇਹ ਵੀ ਧਿਆਨ 'ਚ ਰੱਖ ਲੈਣਾ ਜੀ।
ਕਿਹੜੀ ਸਭਾ ਸਮੁੱਚੇ ਭਾਰਤੀ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ? ਦੱਸਣੀ ਕਿਹੜੀ ਸਭਾ? ਉਹ ਹੈ ਜੀ ਲੋਕ ਸਭਾ, ਕਿਉਂਕਿ ਇਹ ਲੋਕਾਂ ਦੁਆਰਾ ਚੁਣੇ ਹੋਏ ਜਿਹੜੇ ਨੁਮਾਇੰਦੇ ਇੱਥੇ ਆ ਕੇ ਬੈਠਦੇ ਆ ਜੀ। ਹਾਂਜੀ, ਕੁਝ ਗੱਲਾਂ ਜਿਹੜੀਆਂ ਧਿਆਨ ਕੀ ਹਨ ਜੀ। ਲੋਕ ਸਭਾ ਜਿਹੜੀ ਹੈਗੀ ਆਪਣੇ ਕੋਲ, ਉਹਦੇ ਜਿਹੜੇ ਮੈਂਬਰ ਹੈ ਉਹ ਸਿੱਧੀ ਚੋਣ ਦੁਆਰਾ ਲੋਕਾਂ ਤੋਂ ਚੁਣੇ ਜਾਂਦੇ ਆ ਬਾਲਗ ਮਤ ਦੇ ਆਧਾਰ ਤੇ। ਠੀਕ ਹੈ ਜੀ, ਪਹਿਲਾ ਪੁਆਇੰਟ ਫੈਕਟ ਇਹ ਧਿਆਨ ਰੱਖਣਾ ਹੈ। ਦੂਸਰਾ ਧਿਆਨ ਰੱਖਣਾ ਹੈ ਵੀ ਇਹਦੇ ਜਿਹੜੇ ਸਟਰੈਂਥ ਹੈ ਲੋਕ ਸਭਾ ਦੇ ਮੈਂਬਰਾਂ ਦੀ ਉਹ ਹੈਗੀ 550, ਜਿਹਦੇ ਵਿੱਚੋਂ 530 ਮੈਂਬਰ ਰਾਜਾਂ ਤੋਂ ਚੁਣੇ ਜਾਂਦੇ ਆ ਜੀ, ਤੇ 20 ਮੈਂਬਰ ਜਿਹੜੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣ ਕੇ ਆਉਂਦੇ ਆ ਜੀ। ਠੀਕ ਹੈ ਜੀ, ਟੋਟਲ ਹੋ ਗਏ 530 ਮੈਂਬਰ। ਬਾਕੀ ਜਿਹੜੇ ਮੈਂਬਰ ਰਹਿ ਗਏ ਉਹ 550 ਮੈਂਬਰ ਜਿਹੜੇ ਟੋਟਲ ਹੋ ਗਏ। ਪਹਿਲਾਂ 2 ਮੈਂਬਰ ਹੋਰ ਹੁੰਦੇ ਸੀ, ਉਹ ਲੋਕ ਸਭਾ ਦੇ ਵਿੱਚ 331 ਆਰਟੀਕਲ ਦੇ ਤਹਿਤ ਰਾਸ਼ਟਰਪਤੀ ਨਾਮਜ਼ਦ ਕਰਦਾ ਸੀ, ਤੇ ਜਿਹੜਾ ਕਿ ਹੁਣ ਇਹ 104 ਜਿਹੜੀ ਸੰਵਿਧਾਨਕ ਸੋਧ 2019 ਚ ਹੋਈ ਹੈ ਉਹਦੇ ਤਹਿਤ ਹੁਣ ਰਾਸ਼ਟਰਪਤੀ ਉਹ 2 ਇੰਡੀਅਨ ਐਂਗਲੋ ਦੇ ਮੈਂਬਰ ਲੋਕ ਸਭਾ 'ਚ ਨਾਮਜ਼ਦ ਨਹੀਂ ਕਰ ਸਕੇਗਾ। ਹਾਂਜੀ, ਜਿਹੜੀ ਚੁਣੇ ਜਾਂਦੇ ਆ, ਜਿਹੜੀ ਇਹ ਅਲੋਟ ਕੀਤੀਆਂ ਗਈਆਂ ਸੀਟਾਂ, ਜਿਵੇਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ, ਇਹ ਆਬਾਦੀ ਦੇ ਹਿਸਾਬ ਨਾਲ ਹੈ ਜੀ। ਆਬਾਦੀ ਜਿਹੜੀ ਪੰਜਾਬ ਸਟੇਟ ਦੀ ਪਾਪੂਲੇਸ਼ਨ ਹੈ ਉਹਦੇ ਅਨੁਪਾਤ ਦੇ ਅਨੁਸਾਰ ਇਹ ਸੀਟਾਂ ਫਿਕਸ ਕੀਤੀਆਂ ਗਈਆਂ। ਸਭ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਹੈ ਉਹ ਯੂਪੀ 'ਚ ਹੈ, ਤੇ ਇਸ ਕਰਕੇ ਯੂਪੀ ਦੇ ਵਿੱਚ ਲੋਕ ਸਭਾ ਦੀਆਂ 80 ਸੀਟਾਂ ਹੈ, ਇਹ ਧਿਆਨ 'ਚ ਰੱਖ ਲੈਣਾ। ਠੀਕ ਹੈ ਜੀ, ਤੇ ਫਿਰ ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਜੀ। ਠੀਕ ਹੈ ਜੀ, ਇਹ ਗੱਲਾਂ ਦੋ ਧਿਆਨ 'ਚ ਰੱਖ ਲੈਣੀਆਂ ਫੈਕਟ। ਭਾਰਤ ਦੇ ਹੇਠਲੇ ਕੇਂਦਰ ਸ਼ਾਸਿਤ ਪ੍ਰਦੇਸ਼ ਹੇਠਾਂ ਦਿੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਕਿੱਥੇ ਹੈ, ਇਹ ਦੱਸਣਾ ਹੈ ਵੀ ਕਿਸ ਯੂਟੀ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸਭਾ ਦੇ ਜਿਹੜੇ ਨੁਮਾਇੰਦੇ ਚੁਣ ਕੇ ਆਉਂਦੇ ਆ ਉਹ ਹੈ ਜੀ ਦਿੱਲੀ। ਦਿੱਲੀ ਤੋਂ 7 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਹੈਗੀਆਂ ਜੀ, ਇੱਥੋਂ ਚੁਣ ਕੇ ਆਉਂਦੇ ਆ। ਹਾਂਜੀ, ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ ਆਪਾਂ ਪੜ੍ਹ ਲਈ ਜੀ, 550 ਹੈ, ਤੇ ਜਨਵਰੀ 1920 ਤੱਕ 552 ਸੀਗੀ। ਠੀਕ ਹੈ ਜੀ, 2019 ਦਾ ਐਕਟ ਹੈ, ਪਰ ਉਹ ਜਨਵਰੀ 20 ਦੇ ਵਿੱਚ ਲਾਗੂ ਹੋਇਆ ਸੀਗਾ। 104 ਸੰਵਿਧਾਨਿਕ ਸੋਧ ਐਕਟ 2019 ਦਾ, ਜਿਹਦੇ ਵਿੱਚ ਇੰਗਲੋ ਇੰਡੀਅਨ ਭਾਈਚਾਰੇ ਦੇ ਜਿਹੜੇ 2 ਮੈਂਬਰ ਆ ਉਹ ਖਤਮ ਕਰ ਦਿੱਤੇ ਗਏ, ਹੁਣ ਨਾਮਜ਼ਦ ਨਹੀਂ ਕਰ ਸਕੇਗਾ ਰਾਸ਼ਟਰਪਤੀ। ਲੋਕ ਸਭਾ ਦਾ ਉਮੀਦਵਾਰ ਬਣਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ, 25 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ, ਕਾਰਜਕਾਲ 5 ਸਾਲ ਦਾ ਹੁੰਦਾ ਜੀ। ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ, ਠੀਕ ਹੈ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਲਈ ਪਹਿਲੀ ਕੰਡੀਸ਼ਨ ਤਾਂ ਇਹ ਹੈ ਵੀ 10% ਸੀਟਾਂ ਜਿੱਤੀਆਂ ਹੋਣ ਉਸ ਪਾਰਟੀ ਦੇ, ਫਿਰ ਉਸ ਪਾਰਟੀ ਦਾ ਜਿਹੜਾ ਹੈਗਾ ਵਿਰੋਧੀ ਧਿਰ ਦਾ ਨੇਤਾ ਬਣ ਸਕੇਗਾ। 545 ਆਪਣੇ ਕੋਲ ਟੋਟਲ ਸੀਟਾਂ ਜਿੱਤੇ ਇਲੈਕਸ਼ਨ ਹੁੰਦਾ, ਕਹਿਣ ਦਾ ਮਤਲਬ 55 ਸੀਟਾਂ ਜੇ ਕਾਂਗਰਸ ਕੋਲ ਹੋਣਗੀਆਂ ਤਾਂ ਹੀ ਉਹਨਾਂ ਦਾ ਵਿਰੋਧੀ ਧਿਰ ਦਾ ਜਿਹੜਾ ਨੇਤਾ ਬਣ ਸਕੇਗਾ, ਤੇ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਕੈਬਨਿਟ ਮਿਨਿਸਟਰ ਦਾ ਦਰਜਾ ਮਿਲਦਾ। ਇੱਕ ਗੱਲ ਇਹ ਵੀ ਧਿਆਨ 'ਚ ਰੱਖ ਲੈਣੀ। ਹਾਂਜੀ, ਸੰਵਿਧਾਨ ਦੇ ਅਨੁਸਾਰ ਲੋਕ ਸਭਾ ਦੀ ਘੱਟੋ ਘੱਟ ਕਿੰਨੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ? ਹਾਂਜੀ, ਇਹ ਧਿਆਨ ਰੱਖਣਾ, ਘੱਟੋ ਘੱਟ 2 ਮੀਟਿੰਗਾਂ ਹੋਣੀਆਂ ਜ਼ਰੂਰੀ ਹੈ, ਤੇ ਵੱਧ ਤੋਂ ਵੱਧ 3 ਵੀ ਹੋ ਸਕਦੀਆਂ, 4 ਵੀ ਹੋ ਸਕਦੀਆਂ। ਪਰ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਸਾਲ ਦੇ ਵਿੱਚ ਘੱਟੋ ਘੱਟ 2 ਵਾਰ ਹੋਣਾ ਚਾਹੀਦਾ, ਤੇ 6 ਮਹੀਨਿਆਂ ਤੋਂ ਵੱਧ ਉਹਦੇ ਵਿਚਕਾਰ ਵਿੱਥ ਨਹੀਂ ਹੋਣੀ ਚਾਹੀਦੀ। ਇਹਦਾ ਰਾਈਟ ਆਨਸਰ ਬਣੂਗਾ ਜੀ ਡੀ। ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ? ਹਾਂਜੀ, ਦੋਵਾਂ ਸਦਨਾਂ ਦੀ ਸਾਂਝੀ ਬੈਠਕ ਆਰਟੀਕਲ 108 ਦੇ ਤਹਿਤ ਜਿਹੜਾ ਉਹ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਬੁਲਾਉਂਦਾ ਜੀ, ਇਹ ਧਿਆਨ ਰੱਖ ਲੈਣਾ। ਠੀਕ ਹੈ ਜੀ, ਬੁਲਾਉਂਦਾ ਪ੍ਰੈਜ਼ੀਡੈਂਟ ਹੈ, ਪਰ ਇਹਦੀ ਪ੍ਰਧਾਨਗੀ ਹੈ ਜਿਹੜੀ ਲੋਕ ਸਭਾ ਦਾ ਸਪੀਕਰ ਕਰਦਾ ਜੀ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਜੀ। ਹਾਂਜੀ, ਇਹ ਤੇ ਹੁਣ ਕੁਝ ਗੱਲਾਂ ਨੋਟ ਕਰਨੀਆਂ। ਰਾਸ਼ਟਰਪਤੀ ਦੁਆਰਾ ਆਰਟੀਕਲ 103 ਦੇ ਤਹਿਤ ਸੰਸਦ ਦੀ ਸਾਂਝੀ ਬੈਠਕ ਜਿਹੜੀ ਉਹ ਬੁਲਾਈ ਜਾਂਦੀ ਹੈ, ਪ੍ਰਧਾਨਗੀ ਸਪੀਕਰ ਲੋਕ ਸਭਾ ਦਾ ਕਰਦਾ ਜੀ। ਜੇ ਸਪੀਕਰ ਗੈਰ ਹਾਜ਼ਰ ਹੋਵੇ ਤਾਂ ਜਿਹੜਾ ਡਿਪਟੀ ਸਪੀਕਰ ਲੋਕ ਸਭਾ ਦਾ ਉਹ ਇਹਦੀ ਪ੍ਰਧਾਨਗੀ ਕਰੇਗਾ। ਜੇ ਉਹ ਵੀ ਗੈਰ ਹਾਜ਼ਰ ਰਹੇਗਾ ਤਾਂ ਰਾਜ ਸਭਾ ਦਾ ਉਪ ਚੇਅਰਮੈਨ ਕਰੇਗਾ, ਚੇਅਰਮੈਨ ਨਹੀਂ ਕਰੇਗਾ। ਕੌਣ ਕਰੇਗਾ? ਉਪ ਚੇਅਰਮੈਨ। ਠੀਕ ਹੈ ਜੀ, ਚੇਅਰਮੈਨ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਨਹੀਂ ਕਰਦਾ। ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਉਹ ਹੁੰਦਾ ਜੀ ਉਪ ਰਾਸ਼ਟਰਪਤੀ, ਇਹ ਧਿਆਨ 'ਚ ਰੱਖ ਲੈਣਾ ਜੀ, ਤੇ ਉਹ ਸਾਂਝੇ ਸੈਸ਼ਨ ਦੀ ਉਪ ਰਾਸ਼ਟਰਪਤੀ ਪ੍ਰਧਾਨਗੀ ਨਹੀਂ ਕਰਦਾ। ਜੇ ਫਿਰ ਵੀ ਇਹਨਾਂ ਸਾਰੇ ਉਪਰੋਕਤਾਂ ਵਿੱਚੋਂ ਕੋਈ ਹਾਜ਼ਰ ਨਹੀਂ ਤਾਂ ਕੀ ਸਹਿਮਤੀ ਦੇ ਨਾਲ, ਦੋਹਾਂ ਸਦਨਾਂ ਦੀ ਸਹਿਮਤੀ ਦੇ ਨਾਲ ਕੋਈ ਇੱਕ ਮੈਂਬਰ ਆ ਉਹਨੂੰ ਪ੍ਰਧਾਨਗੀ ਦੇ ਲਈ ਚੁਣਿਆ ਜਾਏਗਾ। ਇੱਕ ਸਾਲ ਦੇ ਵਿੱਚ ਘੱਟੋ ਘੱਟ ਕਿੰਨੀ ਵਾਰ ਸੰਸਦ ਦੀ ਮੀਟਿੰਗ ਹੋਣੀ ਚਾਹੀਦੀ ਹੈ? ਘੱਟੋ ਘੱਟ ਜੀ 2 ਵਾਰ ਹੋਣੀ ਚਾਹੀਦੀ ਹੈ ਜੀ, ਤੇ 6 ਮਹੀਨੇ ਤੋਂ ਵੱਧ ਦਾ ਗੈਪ ਨਹੀਂ ਹੋਣਾ ਚਾਹੀਦਾ ਦੋਹਾਂ ਮੀਟਿੰਗਾਂ 'ਚ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਮਨੀ ਬਿੱਲ ਦੀ ਪਰਿਭਾਸ਼ਾ ਦਿੰਦੀ ਹੈ ਜੀ? ਧਾਰਾ 110 ਹੈ ਜਿਹੜੀ ਉਹ ਮਨੀ ਬਿੱਲ ਨੂੰ ਪਰਿਭਾਸ਼ਿਤ ਕਰਦੀ ਹੈ ਜੀ। ਭਾਰਤੀ ਸੰਵਿਧਾਨ ਦੀ ਧਾਰਾ 110 ਦੇ ਵਿੱਚ ਮਨੀ ਬਿੱਲ ਨੂੰ ਪਰਿਭਾਸ਼ਿਤ ਕੀਤਾ ਗਿਆ, ਤੇ ਮਨੀ ਬਿੱਲ ਇੱਕ ਅਜਿਹਾ ਬਿੱਲ ਹੈ ਜੋ ਰਾਜ ਦੀ ਉਧਾਰ ਲੈਣ ਦੀ ਸ਼ਕਤੀ ਨੂੰ ਕੰਟਰੋਲ 'ਚ ਕਰਦਾ ਹੈ। ਰਾਜ ਨੂੰ ਟੈਕਸ ਲਗਾਉਣ ਦੀ ਆਗਿਆ ਦਿੰਦਾ ਹੈ, ਟੈਕਸ ਦੇ ਵਿੱਚ ਚੇਂਜ ਕਰਨ ਦੀ ਤੇ ਖਰਚ ਕਰਨ ਦੀ ਵੀ ਆਗਿਆ ਦਿੰਦਾ ਹੈ। ਅਸਲ ਵਿੱਚ ਜਿਹੜਾ ਧਨ ਬਿੱਲ ਹੁੰਦਾ ਹੈ ਉਹ ਸਰਕਾਰ ਦੀ ਆਮਦਨ ਤੇ ਖਰਚ ਦਾ ਬਿਊਰਾ ਹੁੰਦਾ ਹੈ, ਤੇ ਲੋਕ ਸਭਾ ਕੋਲ ਧਨ ਮਨੀ ਬਿੱਲ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਅਧਿਕਾਰ ਹੈ। ਕੀ ਅਧਿਕਾਰ ਹੈ? ਵੀ ਸਭ ਤੋਂ ਪਹਿਲਾਂ ਮਨੀ ਬਿੱਲ ਹੈ ਜਿਹੜਾ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਏਗਾ, ਪਰ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜਿਹੜਾ ਧਨ ਬਿੱਲ ਜਾਂ ਮਨੀ ਬਿੱਲ ਹੈ ਉਹਦੇ ਉੱਪਰ ਰਾਸ਼ਟਰਪਤੀ ਦੀ ਇਜਾਜ਼ਤ ਹੈ, ਜਿਹੜੀ ਪ੍ਰਵਾਨਗੀ ਹੈ, ਅਗਾਊਂ ਪ੍ਰਵਾਨਗੀ ਉਹ ਲੈਣੀ ਪੈਂਦੀ ਹੈ। ਠੀਕ ਹੈ ਜੀ, ਜਦੋਂ ਧਨ ਬਿੱਲ ਨੂੰ ਲੋਕ ਸਭਾ 'ਚ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਨੂੰ ਰਾਜ ਸਭਾ ਵਿੱਚ ਭੇਜ ਦਿੱਤਾ ਜਾਂਦਾ ਹੈ, ਤੇ ਰਾਜ ਸਭਾ ਕੋਲ ਮਾਤਰ 14 ਦਿਨ ਦਾ ਸਮਾਂ ਹੁੰਦਾ। 14 ਦਿਨ ਦੇ ਵਿੱਚ ਉਸਨੇ ਇਹਨੂੰ ਪਾਸ ਕਰਨਾ ਹੁੰਦਾ। ਜੇ ਰਾਜ ਸਭਾ ਧਨ ਬਿੱਲ ਉੱਪਰ ਕੋਈ ਕਾਰਵਾਈ ਨਹੀਂ ਕਰਦੀ 14 ਦਿਨ, ਤਾਂ ਧਨ ਬਿੱਲ ਆਟੋਮੈਟਿਕ ਹੀ ਪਾਸ ਮੰਨਿਆ ਜਾਂਦਾ। ਹਾਂਜੀ, ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ ਇਹਦਾ ਫੈਸਲਾ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਸਪੀਕਰ ਦੇ ਕੋਲ ਹੁੰਦੀ ਹੈ। ਲੋਕ ਸਭਾ ਰਾਜ ਸਭਾ ਤੋਂ ਬਿੱਲ ਪਾਸ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਦੇ ਕੋਲ ਭੇਜਿਆ ਜਾਂਦਾ ਹੈ ਧਨ ਬਿੱਲ, ਤੇ ਰਾਸ਼ਟਰਪਤੀ ਉਸ ਬਿੱਲ ਨੂੰ ਸੰਸਦ ਨੂੰ ਮੁੜ ਵਿਚਾਰ ਲਈ ਵਾਪਸ ਨਹੀਂ ਭੇਜ ਸਕਦਾ। ਠੀਕ ਹੈ ਜੀ, ਇਹ ਅਮੈਂਡਮੈਂਟ ਹੋਈ ਸੀ 24, ਉਹਦੇ ਵਿੱਚ ਇਹ ਸਭ ਕੁਝ ਦੱਸਿਆ ਗਿਆ ਵੀ ਇਹ ਜਿਹੜੀਆਂ ਕੁਝ ਪਾਵਰਾਂ ਰਾਸ਼ਟਰਪਤੀ ਕੋਲ ਨਹੀਂ ਹਨ ਧਨ ਬਿੱਲ ਦੇ ਸੰਬੰਧ ਵਿੱਚ। ਆਰਡੀਨਰੀ ਬਿੱਲ ਹੈ ਉਹ ਵਾਪਸ ਪੁਨਰ ਵਿਚਾਰ ਦੇ ਲਈ ਹੈ ਜਿਹੜਾ ਉਹ ਸੰਸਦ ਨੂੰ ਭੇਜ ਸਕਦਾ ਹੈ। ਹਾਂਜੀ, ਆਰਟੀਕਲ 110 ਦੇ ਅਨੁਸਾਰ ਜਿਹੜਾ ਮਨੀ ਬਿੱਲ ਹੈ ਲੋਕ ਸਭਾ 'ਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਜੇ ਕੋਈ ਸਵਾਲ ਉੱਠਦਾ ਹੈ ਕਿ ਇਹ ਬਿੱਲ ਧਨ ਬਿੱਲ ਹੈ ਜਾਂ ਨਹੀਂ, ਤੇ ਸਪੀਕਰ ਦਾ ਫੈਸਲਾ ਅੰਤਿਮ ਹੁੰਦਾ ਹੈ। ਇਹ ਵੈਰੀ ਇੰਪੋਰਟੈਂਟ ਫੈਕਟ ਹੈ, ਇਹ ਧਿਆਨ 'ਚ ਰੱਖ ਲੈਣੀ ਜੀ। ਮਨੀ ਬਿੱਲ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ, ਇਹ ਦੱਸਣਾ ਜੀ ਆਪਾਂ। ਰਾਸ਼ਟਰਪਤੀ ਮਨੀ ਬਿੱਲ ਨੂੰ ਮੁੜ ਵਿਚਾਰ ਲਈ ਲੋਕ ਸਭਾ ਨੂੰ ਵਾਪਸ ਨਹੀਂ ਕਰ ਸਕਦਾ। ਹਾਂਜੀ, ਬਿਲਕੁਲ ਸਹੀ ਹੈ ਜੀ। ਠੀਕ ਹੈ, ਇਹ ਸਹੀ ਹੈ ਜੀ, ਕਥਨ ਨਹੀਂ ਕਰ ਸਕਦਾ। ਰਾਜ ਸਭਾ ਨੂੰ ਲੋਕ ਸਭਾ ਦੁਆਰਾ ਪਾਸ ਕੀਤੇ ਗਏ ਧਨ ਬਿੱਲ ਨੂੰ ਵਾਪਸ ਕਰਨਾ ਚਾਹੀਦਾ ਹੈ। ਜੇ 14 ਦਿਨ ਦੇ ਅੰਦਰ ਕੋਈ
ਨਹੀਂ ਵਾਪਸ ਕਰਦਾ ਤਾਂ ਉਹ ਆਪਣੇ ਆਪ ਹੀ ਉਹਨੂੰ ਪਾਸ ਸਮਝਿਆ ਜਾਂਦਾ ਹੈ, ਜਾਂ ਉਹਦੇ ਕੋਲ ਰਾਜ ਸਭਾ ਕੋਲ ਮਾਤਰ 14 ਦਿਨ ਹੁੰਦੇ ਆ ਜਿਹਦੇ ਵਿੱਚ ਉਹਨੇ ਆਪਣੀ ਕੋਈ ਰਿਕਮੈਂਡੇਸ਼ਨ ਜਾਂ ਵਿਚਾਰ ਭੇਜਣਾ ਹੁੰਦਾ। ਮਨੀ ਬਿੱਲ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ, ਇਹ ਹੋ ਗਿਆ ਜੀ ਗਲਤ। ਕਿਸੇ ਵੀ ਸਦਨ 'ਚ ਨਹੀਂ, ਓਨਲੀ ਲੋਕ ਸਭਾ 'ਚ ਹੀ ਪੇਸ਼ ਕੀਤਾ ਜਾ ਸਕਦਾ। ਹਾਂਜੀ, ਡੀ ਪੁਆਇੰਟ ਵੀ ਪੜ੍ਹ ਲੈਣੇ ਆ। ਲੋਕ ਸਭਾ ਦੇ ਸਪੀਕਰ ਕੋਲ ਅੰਤਿਮ ਅਧਿਕਾਰ ਹੁੰਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ। ਹਾਂਜੀ, ਇਹ ਵੀ ਬਿਲਕੁਲ ਰਾਈਟ ਹੈ ਜੀ। ਠੀਕ ਹੈ ਜੀ। ਭਾਰਤ ਦੀ ਸੰਸਦ ਦੇ ਸਦਨ ਦਾ ਕੋਰਮ ਕਿੰਨਾ ਹੁੰਦਾ ਜੀ? ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ, ਉਹਦਾ ਜਿਹੜਾ ਕੋਰਮ ਹੈ ਉਹਦੇ ਮੈਂਬਰਾਂ ਦੀ ਗਿਣਤੀ ਦਾ 1/10ਵਾਂ ਹੁੰਦਾ। ਜੇ 10ਵਾਂ ਹਿੱਸਾ ਮੈਂਬਰ ਮੌਜੂਦ ਨਹੀਂ ਤਾਂ ਸੰਸਦ ਦੀ ਕਾਰਵਾਈ ਨਹੀਂ ਚੱਲੇਗੀ। ਲੋਕ ਸਭਾ ਦੇ ਵਿੱਚ ਮੰਨ ਲਓ 545 ਮੈਂਬਰ ਹੈ ਤਾਂ 55 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਜੀ। ਜੇ 250 ਮੈਂਬਰ ਰਾਜ ਸਭਾ ਦੇ ਵਿੱਚ ਹੈ ਤਾਂ 25 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਫਿਰ ਹੀ ਸੰਸਦ ਦੀ ਜਿਹੜੀ ਕਾਰਵਾਈ ਉਹ ਚੱਲ ਸਕੇਗੀ। ਸੰਸਦ ਮੈਂਬਰਾਂ ਦੇ ਕੁਝ ਵਿਸ਼ੇਸ਼ ਅਧਿਕਾਰ। ਕੁਝ ਵਿਸ਼ੇਸ਼ ਅਧਿਕਾਰ ਸੰਸਦ ਮੈਂਬਰ ਐਮਪੀਜ਼ ਨੂੰ ਮਿਲੇ ਹੋਏ ਆ ਜੀ। ਪਹਿਲਾ ਤਾਂ ਇਹ ਹੈ ਵੀ ਸਦਨ ਦੇ ਵਿੱਚ ਬਣਾਏ ਗਏ ਨਿਯਮਾਂ ਦੇ ਤਹਿਤ ਜਿਹੜਾ ਮੈਂਬਰ ਹੈ ਉਹਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ, ਪਰ ਉਹ ਤੇ ਬੰਦਿਸ਼ ਹੈ। ਬੰਦਿਸ਼ ਕੀ ਹੈ ਵੀ ਉਹ ਸੁਪਰੀਮ ਕੋਰਟ ਦੇ ਜੱਜ ਤੇ ਹਾਈ ਕੋਰਟ ਦੇ ਜੱਜਾਂ ਦੇ ਬਿਹੇਵੀਅਰ ਦੇ ਅਗੇਂਸਟ ਆ ਉਹ ਨਹੀਂ ਬੋਲ ਸਕਦਾ। ਠੀਕ ਹੈ, ਹੋਰ ਕੁਝ ਮਰਜ਼ੀ ਬੋਲ ਸਕਦਾ। ਪੂਰਨ ਆਜ਼ਾਦੀ ਹੈ ਸੰਸਦ ਦੇ ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਬੋਲਣ ਦੀ, ਪਰ ਉਹ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜਾਂ ਦੇ ਖਿਲਾਫ ਨਹੀਂ ਬੋਲ ਸਕਦੇ। ਦੂਸਰਾ ਇਹ ਹੈ ਵੀ ਦੀਵਾਨੀ ਮਾਮਲੇ। ਦੀਵਾਨੀ ਮਾਮਲੇ ਦਾ ਮਤਲਬ ਹੁੰਦਾ ਹੈ ਪੈਸੇ ਦੇ ਲੈਣ ਦੇਣ ਵਾਲੇ ਸੰਬੰਧਿਤ ਮਾਮਲੇ ਜਿੰਨੇ ਵੀ ਹੈ, ਉਹਦੇ ਵਿੱਚ 40 ਜਦੋਂ ਵੀ ਸੈਸ਼ਨ ਚੱਲ ਰਿਹਾ ਉਹਦੇ 40 ਦਿਨ ਪਹਿਲਾਂ ਤੇ 40 ਦਿਨ ਬਾਅਦ ਐਮਪੀ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਤੇ ਜਿਹੜੇ ਹੈਗੇ ਆ ਜੀ ਅਪਰਾਧਿਕ ਮਾਮਲੇ ਜਿਵੇਂ ਕਤਲ ਦਾ ਹੋ ਗਿਆ, ਠੀਕ ਹੈ ਜੀ, ਇਸ ਤਰ੍ਹਾਂ ਦੇ ਮਾਮਲੇ ਹੈਗੇ ਆ, ਉਹਦੇ ਵਿੱਚ ਐਮਪੀ ਨੂੰ ਕੋਈ ਰਿਆਇਤ ਹੈ ਨਹੀਂਗੀ। ਜੇ ਕੋਈ ਕਤਲ ਦਾ ਮਾਮਲਾ ਤਾਂ ਉਹਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਹਨੂੰ ਅਰੈਸਟ ਕੀਤਾ ਜਾ ਸਕਦਾ। ਠੀਕ ਹੈ ਜੀ, ਉਹਦੇ ਵਿਰੁੱਧ ਅਦਾਲਤੀ ਕਾਰਵਾਈ ਕੀਤੀ ਜਾ ਸਕਦੀ ਹੈ। ਤੇ ਸਦਨ ਦੀ ਛੁੱਟੀ ਤੋਂ ਬਿਨਾਂ ਸੰਸਦ ਦੇ ਸੈਸ਼ਨ ਦੌਰਾਨ ਕਿਸੇ ਵੀ ਮੈਂਬਰ ਨੂੰ ਗਵਾਹੀ ਦੇਣ ਲਈ ਨਹੀਂ ਕਿਹਾ ਜਾ ਸਕਦਾ। ਇਹਦਾ ਮਤਲਬ ਇਹ ਹੈ ਵੀ ਜੇ ਕਿਸੇ ਮੈਂਬਰ ਨੇ ਕੋਰਟ ਵਿੱਚ ਜਾ ਕੇ ਕੋਈ ਗਵਾਹੀ ਦੇਣੀ ਹੈ ਤਾਂ ਉਹਨੂੰ ਛੁੱਟੀ ਪ੍ਰਵਾਨ ਕਰਾਉਣੀ ਪਊਗੀ। ਠੀਕ ਹੈ, ਬਿਨਾਂ ਛੁੱਟੀ ਪ੍ਰਵਾਨ ਕੀਤੇ ਉਹ ਕੋਰਟ ਦੇ ਵਿੱਚ ਹਾਜ਼ਰੀ ਨਹੀਂ ਦੇ ਸਕਦਾ। ਹਾਂਜੀ, ਹੇਠ ਲਿਖੀਆਂ ਸਥਿਤੀਆਂ ਵਿੱਚੋਂ ਕਿਹੜੀ ਸਥਿਤੀ ਸਰਕਾਰ ਦੇ ਅਸਤੀਫੇ ਦਾ ਕਾਰਨ ਬਣਦੀ ਹੈ ਵੀ ਸਰਕਾਰ ਨੂੰ ਅਸਤੀਫਾ ਦੇਣਾ ਪੈ ਸਕਦਾ? ਇੱਕ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਆਮ ਬਿੱਲ ਉਹਦੀ ਹਾਰ ਹੋ ਜੇ। ਜਦੋਂ ਮੰਤਰੀ ਆਰਡੀਨਰੀ ਬਿੱਲ ਪੇਸ਼ ਕਰਦਾ ਹੈ ਸੰਸਦ ਦੇ ਵਿੱਚ, ਬਿੱਲ ਪੇਸ਼ ਕਰਨ ਤੋਂ ਬਾਅਦ ਉਹਦੇ ਉੱਪਰ ਵੋਟਿੰਗ ਹੁੰਦੀ ਹੈ। ਜੇ ਵੋਟਿੰਗ ਦੇ ਵਿੱਚ ਉਸ ਬਿੱਲ ਦੀ ਹਾਰ ਹੋ ਜੇ ਤਾਂ ਸਾਰੀ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਹੈ। ਮਨੀ ਬਿੱਲ ਦੀ ਹਾਰ ਹੋ ਜੇ ਤਾਂ ਵੀ ਪੂਰੀ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ। ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਸੀ, ਦੋਵੇਂ। ਲੋਕ ਸਭਾ ਨੂੰ ਮੁਅੱਤਲ ਪ੍ਰੋਰੋਗੇਸ਼ਨ ਹੁੰਦਾ ਹੈ ਜੀ, ਉਹਦੀ ਸ਼ਕਤੀ ਕਿਹਦੇ ਕੋਲ ਹੈ ਜੀ? ਪ੍ਰੋਰੋਗੇਸ਼ਨ ਦਾ ਮਤਲਬ ਇਹ ਹੈ ਵੀ ਆਪਣੇ ਭਾਰਤ ਦੇ ਵਿੱਚ ਪਾਰਲੀਮੈਂਟ ਦੇ 3 ਸੈਸ਼ਨ ਚੱਲਦੇ ਆ। ਇੱਕ ਤਾਂ ਚੱਲਦਾ ਜੀ ਬਜਟ ਸੈਸ਼ਨ, ਦੂਸਰਾ ਚੱਲਦਾ ਮਾਨਸੂਨ ਤੇ ਤੀਸਰਾ ਚੱਲਦਾ ਜੀ ਵਿੰਟਰ ਸੈਸ਼ਨ। ਮੰਨ ਲਓ ਵੀ ਬਜਟ ਸੈਸ਼ਨ ਖਤਮ ਕਰਨਾ ਹੈ ਤਾਂ ਉਹਨੂੰ ਕਹਿੰਦੇ ਪ੍ਰੋਰੋਗੇਸ਼ਨ। ਉਸ ਤੋਂ ਬਾਅਦ ਅਗਲਾ ਸੈਸ਼ਨ ਹੀ ਚੱਲੇਗਾ, ਬਜਟ ਸੈਸ਼ਨ ਤੋਂ ਬਾਅਦ ਮਾਨਸੂਨ ਸੈਸ਼ਨ ਚੱਲੇਗਾ। ਤੇ ਇਹ ਜਿਹੜੀ ਸ਼ਕਤੀ ਹੈਗੀ ਹੈ ਜੀ ਪ੍ਰੈਜ਼ੀਡੈਂਟ ਕੋਲ ਹੈ। ਠੀਕ ਹੈ ਜੀ, ਇਹਨੂੰ ਕਹਿੰਦੇ ਆ ਵੀ ਸੈਸ਼ਨ ਨੂੰ ਮੁਅੱਤਲ ਕਰਨਾ, ਉਹਨੂੰ ਕਹਿੰਦੇ ਪ੍ਰੋਰੋਗੇਸ਼ਨ। ਹਾਂਜੀ, ਸੰਵਿਧਾਨ ਦੇ ਆਰਟੀਕਲ 85(2) ਦੇ ਤਹਿਤ ਰਾਸ਼ਟਰਪਤੀ ਸਮੇਂ-ਸਮੇਂ ਤੇ ਸੰਸਦ ਦੇ ਕਿਸੇ ਵੀ ਸਦਨ ਨੂੰ ਮੁਅੱਤਲ ਕਰ ਸਕਦਾ ਹੈ। ਠੀਕ ਹੈ ਜੀ, ਲੋਕ ਸਭਾ ਜਾਂ ਰਾਜ ਸਭਾ ਉਹਦੇ ਸੈਸ਼ਨ ਨੂੰ ਮੁਅੱਤਲ ਕਰ ਸਕਦਾ ਹੈ। ਠੀਕ ਹੈ ਜੀ, ਤੇ ਰਾਸ਼ਟਰਪਤੀ ਦੁਆਰਾ ਇੱਕ ਆਦੇਸ਼ ਦੁਆਰਾ ਸੈਸ਼ਨ ਦੀ ਸਮਾਪਤੀ ਨੂੰ ਕੀ ਕਹਿੰਦੇ ਆਪਾਂ? ਪ੍ਰੋਰੋਗੇਸ਼ਨ ਕਹਿੰਦੇ ਆ ਜੀ। ਠੀਕ ਹੈ ਜੀ, ਜਦੋਂ ਸੈਸ਼ਨ ਹੀ ਸਮਾਪਤ ਹੋ ਗਿਆ ਤੇ ਉਹਦੀਆਂ ਬੈਠਕਾਂ ਵੀ ਆਟੋਮੈਟਿਕ ਸਮਾਪਤ ਹੋ ਜਾਣਗੀਆਂ ਜੀ। ਠੀਕ ਹੈ, ਇਹਦਾ ਮਤਲਬ ਬੈਠਕ ਤੇ ਸੈਸ਼ਨ ਦੋਵਾਂ ਨੂੰ ਸਮਾਪਤ ਕਰ ਸਕਦਾ ਹੈ ਪ੍ਰੋਰੋਗੇਸ਼ਨ ਦੇ ਤਹਿਤ ਰਾਸ਼ਟਰਪਤੀ। ਹਾਂਜੀ, ਪ੍ਰੈਜ਼ਾਈਡਿੰਗ ਅਫਸਰ ਦਾ ਮਤਲਬ ਹੈ ਲੋਕ ਸਭਾ ਦਾ ਸਪੀਕਰ ਹੋ ਗਿਆ ਜਾਂ ਰਾਜ ਸਭਾ ਦਾ ਚੇਅਰਮੈਨ ਹੋ ਗਿਆ। ਜੇਕਰ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦੇਵੇ, ਕੀ ਹੁੰਦਾ ਕਈ ਵਾਰ ਸੈਸ਼ਨ ਚੱਲ ਰਿਹਾ ਹੁੰਦਾ ਹੈ ਤੇ ਲੋਕ ਸਭਾ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਵਿਰੋਧੀ ਧਿਰ ਪਾ ਰਿਹਾ ਹੁੰਦਾ, ਤਾਂ ਉਦੋਂ ਕੀ ਹੈ ਉਹ ਹਾਊਸ ਦੀ ਉਸ ਕਾਰਵਾਈ ਨੂੰ ਮੁਅੱਤਲ ਕਰਦਾ। ਤੇ ਮੁਅੱਤਲ ਕਰਨ ਸਮੇਂ ਤੇ ਕਹਿੰਦਾ ਵੀ 2 ਘੰਟੇ ਬਾਅਦ ਹੋਏਗੀ ਜਾਂ ਸੋਮਵਾਰ ਬੈਠੇਗੀ। ਇਹ ਤਾਂ ਨਿਸ਼ਚਿਤ ਕਾਲੀਨ ਮੁਅੱਤਲ, ਜਦੋਂ ਜਿਹੜਾ ਲੋਕ ਸਭਾ ਦਾ ਸਪੀਕਰ ਬਿਨਾਂ ਮਿਤੀ ਸਮਾਂ ਤੈਅ ਕੀਤੇ ਮੁਅੱਤਲ ਕਰ ਦੇਵੇ। ਠੀਕ ਹੈ ਜੀ, ਤੇ ਕੁਝ ਦਿਨ ਤੱਕ ਹਾਊਸ ਦੀ ਕਾਰਵਾਈ ਨਾ ਹੋਵੇ ਤਾਂ ਵੀ ਰਾਸ਼ਟਰਪਤੀ ਹੈ ਜਿਹੜਾ ਪ੍ਰੋਰੋਗੇਸ਼ਨ ਦੇ ਤਹਿਤ ਉਸ ਸੈਸ਼ਨ ਨੂੰ ਹੀ ਮੁਅੱਤਲ ਕਰ ਦਿੰਦਾ ਹੈ। ਠੀਕ ਹੈ ਜੀ, ਇਹ ਕਲੀਅਰ ਹੋਣਾ ਚਾਹੀਦਾ ਹੈ। ਪ੍ਰੋਰੋਗੇਸ਼ਨ ਦਾ ਮਤਲਬ ਹੈ ਸੈਸ਼ਨ ਦੀ ਮੁਅੱਤਲੀ, ਜਿਹੜਾ ਕਿ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਹਾਂਜੀ, ਅਡਜਰਨਮੈਂਟ ਸਾਈਨ ਦਾ ਮਤਲਬ ਹੁੰਦਾ ਬਿਨਾਂ ਮਿਤੀ ਤੈਅ ਕੀਤੇ। ਅਡਜਰਨਮੈਂਟ ਵੀ ਦਾ ਮਤਲਬ ਹੁੰਦਾ ਮੁਅੱਤਲ ਕਰਨਾ, ਪਰ ਇਹਦੇ ਵਿੱਚ ਜਿਹੜਾ ਮੁਅੱਤਲ ਕੀਤਾ ਜਾਂਦਾ ਹੈ ਉਹ 1 ਘੰਟੇ ਲਈ, 2 ਘੰਟਿਆਂ ਲਈ, 1 ਦਿਨ ਲਈ। ਤੇ ਸਾਈਨ ਦਾ ਮਤਲਬ ਹੋ ਗਿਆ ਅਨਿਸ਼ਚਿਤ ਕਾਲੀਨ। ਠੀਕ ਹੈ ਜੀ, ਇਹ ਜਿਹੜੀਆਂ ਪਾਵਰਾਂ ਲੋਕ ਸਭਾ ਦੇ ਸਪੀਕਰ ਜਾਂ ਰਾਜ ਸਭਾ ਦੇ ਚੇਅਰਮੈਨ ਦੇ ਕੋਲ ਹੁੰਦੀਆਂ ਅਡਜਰਨਮੈਂਟ ਦੀਆਂ, ਇਹ ਧਿਆਨ ਰੱਖ ਲੈਣਾ ਜੀ, ਇੰਪੋਰਟੈਂਟ ਫੈਕਟਰ। ਪ੍ਰੋਰੋਗੇਸ਼ਨ ਪੜ੍ਹ ਚੁੱਕੇ ਆਪਾਂ, ਇਹ ਪਾਵਰਾਂ ਜਿਹੜੀਆਂ ਰਾਸ਼ਟਰਪਤੀ ਕੋਲ ਹੁੰਦੀਆਂ ਤੇ ਇਹਦੇ ਵਿੱਚ ਸੈਸ਼ਨ ਹੀ ਸਸਪੈਂਡ ਕਰ ਦਿੱਤਾ ਜਾਂਦਾ, ਮੁਅੱਤਲ ਕਰ ਦਿੱਤਾ ਜਾਂਦਾ। ਠੀਕ ਹੈ ਜੀ, ਜਿਵੇਂ ਬਜਟ ਸੈਸ਼ਨ ਦੇ ਵਿੱਚ ਪ੍ਰੋਰੋਗੇਸ਼ਨ ਦਾ ਨੋਟੀਫਿਕੇਸ਼ਨ ਆ ਗਿਆ ਤੇ ਅਗਲਾ ਸੈਸ਼ਨ ਚੱਲੇਗਾ, ਹੁਣ ਉਹਨੂੰ ਕਹਾਂਗੇ ਆਪਾਂ ਅਗਲੇ ਸੈਸ਼ਨ ਨੂੰ ਮਾਨਸੂਨ ਸੈਸ਼ਨ। ਅੱਗੇ ਡਿਸੋਲੂਸ਼ਨ ਦਾ ਮਤਲਬ ਹੁੰਦਾ ਭੰਗ ਕਰਨਾ। ਇਹ ਲੋਕ ਸਭਾ ਦੇ ਨੂੰ ਹੀ ਭੰਗ ਹੋ ਸਕਦੀ ਹੈ, ਰਾਜ ਸਭਾ ਉਹ ਪਰਮਾਨੈਂਟ ਹਾਊਸ ਹੈ ਤੇ ਇਹ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਜੀ। ਠੀਕ ਹੈ ਜੀ, ਇਹਦੇ ਨਾਲ ਜਿਹੜਾ ਨਵੀਆਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਤੇ ਨਵੇਂ ਜਿਹੜੇ ਲੋਕ ਚੁਣ ਕੇ ਆਉਣਗੇ ਹਾਊਸ ਵਿੱਚ ਤੇ ਨਵੀਂ ਲੋਕ ਸਭਾ ਤਿਆਰ ਹੋਏਗੀ। ਹਾਂਜੀ, ਭਾਰਤੀ ਸੰਸਦ ਦੇ ਕੰਮਕਾਜ ਦੇ ਵਿੱਚ 0 ਆਵਰ ਦਾ ਕੀ ਭਾਵ ਹੈ? ਠੀਕ ਹੈ, ਜਦੋਂ ਵੀ ਕੋਈ ਸੈਸ਼ਨ ਚੱਲਦਾ ਹੈ ਤਾਂ ਸਵੇਰੇ 9 ਵਜੇ ਜਿਹੜਾ ਪਹਿਲਾ ਆਵਰ ਹੁੰਦਾ, ਠੀਕ ਹੈ ਜੀ, ਉਹਨੂੰ ਆਪਾਂ ਜਿਹੜਾ ਜਦੋਂ ਵੀ ਸੈਸ਼ਨ ਚੱਲਦਾ ਉਹਦਾ ਪਹਿਲਾ ਆਵਰ ਹੁੰਦਾ ਹੈ, ਉਹਨੂੰ ਆਪਾਂ ਕਹਿ ਦਿੰਦੇ ਆ ਪ੍ਰਸ਼ਨ ਕਾਲ, ਕੁਐਸਚਨ ਆਵਰ। ਠੀਕ ਹੈ ਜੀ, ਤੇ ਕੁਐਸਚਨ ਆਵਰ ਤੋਂ ਅਗਲਾ ਤੁਰੰਤ ਜਿਹੜਾ ਚੱਲਦਾ ਹੈ ਉਹਨੂੰ ਕਹਿੰਦੇ 0 ਆਵਰ। 0 ਆਵਰ ਦੇ ਵਿੱਚ ਜਿਹੜੇ ਐਮਪੀਜ਼ ਹੈ, ਵੈਰੀ ਇੰਪੋਰਟੈਂਟ ਇਸ਼ੂ ਹੈ ਜਿਹੜੇ
ਉਹਨਾਂ ਨੂੰ ਉਹ ਚੁੱਕਦੇ ਆ ਜੀ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ ਜੀ, ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਦਾ ਸਮਾਂ, ਇਹ ਵੀ ਬਿਲਕੁਲ ਸਹੀ ਹੈ ਜੀ, 0 ਆਵਰ ਹੁੰਦਾ ਜੀ। ਤੇ ਇਹਦੇ ਵਿੱਚ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸਵੀਕਾਰ ਕੀਤੇ ਜਾਂਦੇ ਆ, ਇਹ ਦੋਨੋਂ ਠੀਕ ਹੈ ਜੀ। ਠੀਕ ਹੈ ਜੀ। ਇਹ ਵਿਸ਼ੇਸ਼ ਪ੍ਰਸਤਾਵ ਜਿਹੜੇ ਕਿ ਇੰਪੋਰਟੈਂਟ ਇਸ਼ੂ ਹੈ ਉਹ ਇਹਦੇ ਵਿੱਚ ਉਠਾਏ ਜਾਂਦੇ ਆ, ਇਹ ਧਿਆਨ ਰੱਖ ਲੈਣਾ ਹੈ। ਦੋ ਗੱਲਾਂ ਧਿਆਨ ਰੱਖਣੀਆਂ, ਕੁਐਸਚਨ ਆਵਰ ਤੋਂ ਬਾਅਦ ਵਾਲਾ ਆਵਰ ਹੈ ਜਿਹੜਾ ਉਹ 0 ਆਵਰ ਹੁੰਦਾ, ਤੇ ਵੈਰੀ ਇੰਪੋਰਟੈਂਟ ਜਿਹੜੇ ਇਸ਼ੂ ਹੈ ਉਹ ਉਠਾਏ ਜਾਂਦੇ ਇਹਦੇ ਵਿੱਚ। ਹਾਂਜੀ, 0 ਆਵਰ ਬਾਰੇ ਹੋਰ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਗੱਲਾਂ ਆਪਾਂ ਧਿਆਨ 'ਚ ਰੱਖਣੀਆਂ ਉਹ ਕੀ ਹੈ। 1962 ਦੇ ਵਿੱਚ ਸੰਸਦ ਦੇ ਵਿੱਚ 0 ਆਵਰ ਪੇਸ਼ ਕੀਤਾ ਗਿਆ ਪਹਿਲੀ ਵਾਰ, ਤੇ ਇਹਦੇ ਵਿੱਚ ਜਿਹੜੇ ਸੰਸਦ ਮੈਂਬਰਸ ਹੈ ਉਹ ਜ਼ਰੂਰੀ ਪਬਲਿਕ ਜਿਹੜੇ ਇੰਪੋਰਟੈਂਟ ਇਸ਼ੂ ਹੈ ਉਹਨਾਂ ਨੂੰ ਉਠਾਉਂਦੇ ਇਹਦੇ ਵਿੱਚ। ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਹੁੰਦਾ ਹੈ। ਠੀਕ ਹੈ ਜੀ। ਤੇ ਦਿਨ ਦੇ ਏਜੰਡੇ ਉਠਾਏ ਜਾਣ ਤੱਕ ਰਹਿੰਦਾ। ਕਹਿਣ ਦਾ ਮਤਲਬ ਹੈ ਜਿਹੜਾ 0 ਆਵਰ ਹੈ ਪ੍ਰਸ਼ਨ ਕਾਲ ਤੇ ਜਿਹੜਾ ਏਜੰਡਾ ਫਿਕਸ ਕੀਤਾ ਉਹਦੇ ਵਿਚਕਾਰਲਾ ਸਮਾਂ ਹੁੰਦਾ ਹੈ। ਠੀਕ ਹੈ ਜੀ। ਤੇ ਇਹੀ ਗੱਲ ਅਗਲੀ ਲਾਈਨ ਦੇ ਵਿੱਚ ਲਿਖੀ ਗਈ ਹੈ ਜੀ। ਹੁਣ ਚੱਲਦੇ ਕੁਐਸਚਨ ਆਵਰ, ਜਿਹਨੂੰ ਆਪਾਂ ਪ੍ਰਸ਼ਨ ਕਾਲ ਕਹਿੰਦੇ ਆ। ਠੀਕ ਹੈ ਜੀ। ਇਹ ਸੰਸਦੀ ਬੈਠਕ ਦਾ ਪਹਿਲਾ ਘੰਟਾ ਇਹੀ ਹੁੰਦਾ ਜੀ। ਇਹਦੇ ਵਿੱਚ ਜਿਹੜੇ ਮੈਂਬਰ ਸਵਾਲ ਪੁੱਛਦੇ ਤੇ ਮੰਤਰੀ ਉਹਨਾਂ ਦੇ ਜਵਾਬ ਦਿੰਦੇ ਆ। ਹੁਣ ਜਿਹੜੇ ਸਵਾਲ ਪੁੱਛੇ ਜਾਂਦੇ ਮੈਂਬਰਾਂ ਵੱਲੋਂ ਤਿੰਨ ਤਰ੍ਹਾਂ ਦੇ ਹੁੰਦੇ ਆ, ਵੈਰੀ ਇੰਪੋਰਟੈਂਟ ਹੈ, ਇਹ ਧਿਆਨ ਰੱਖਣੇ ਆ। ਇੱਕ ਸਟਾਰ ਦਾ ਮਤਲਬ ਕੀ ਹੈ ਵੀ ਉਹਦੇ ਉੱਪਰ ਸਟਾਰ ਲੱਗਿਆ ਹੋਏਗਾ। ਠੀਕ ਹੈ। ਸਟਾਰ ਤਾਰਾ ਨਹੀਂ ਲੱਗਿਆ ਹੋਇਆ। ਤੇ ਸ਼ੋਰਟ ਨੋਟਿਸ। ਹੁਣ ਤਾਰੇ ਵਾਲੇ ਕਿਹੜੇ ਸਵਾਲ ਹੁੰਦੇ ਆ, ਇਹ ਮੌਖਿਕ ਹੁੰਦੇ ਆ, ਜ਼ਬਾਨੀ ਹੁੰਦੇ ਪਹਿਲੀ ਗੱਲ ਤਾਂ, ਯਾਨੀ ਕਿ ਸੰਸਦ ਦੀ ਕਾਰਵਾਈ ਦੇ ਵਿੱਚ ਮੈਂਬਰ ਪੁੱਛਦੇ ਆ ਤੇ ਮੰਤਰੀ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਆ। ਤੇ ਨਾਲ ਇਹਦੇ ਵਿੱਚ ਪੂਰਕ ਸਵਾਲ ਵੀ ਪੁੱਛੇ ਜਾਂਦੇ ਆ, ਮੰਤਰੀ ਜਵਾਬ ਦਿੰਦੇ ਆ ਤੇ ਜਿਹੜਾ ਮੈਂਬਰ ਹੈ ਉਹ ਉਹਦੇ ਸੰਬੰਧ ਵਿੱਚ ਕੋਈ ਹੋਰ ਕੰਪਲੀਮੈਂਟਰੀ ਜਿਹੜੇ ਸਵਾਲ ਵੀ ਪੁੱਛ ਸਕਦੇ ਆ। ਅਨਸਟਾਰਡ ਸਵਾਲ ਇਹ ਲਿਖਤੀ ਸਵਾਲ ਹੁੰਦੇ ਆ ਜੀ। ਠੀਕ ਹੈ ਜੀ। ਇਹਨਾਂ ਦਾ ਜਵਾਬ ਲਿਖਤੀ ਦਿੱਤਾ ਜਾਂਦਾ ਮੰਤਰੀਆਂ ਵੱਲੋਂ। ਠੀਕ ਹੈ ਜੀ। ਤੇ ਕੋਈ ਇਹਦੇ ਵਿੱਚ ਕੰਪਲੀਮੈਂਟਰੀ ਸਵਾਲ ਨਹੀਂ ਪੁੱਛੇ ਜਾਂਦੇ, ਇਹ ਧਿਆਨ ਰੱਖ ਲੈਣਾ। ਅਨਸਟਾਰਡ ਦੇ ਵਿੱਚ ਲਿਖਤੀ ਜਵਾਬ ਮਿਲੇਗਾ ਮੈਂਬਰ ਨੂੰ, ਤੇ ਕੋਈ ਉਹਨਾਂ ਜਵਾਬਾਂ ਦੇ ਬਦਲੇ ਦੇ ਵਿੱਚ ਕੰਪਲੀਮੈਂਟਰੀ ਸਵਾਲ ਨਹੀਂ ਪੁੱਛ ਸਕਦਾ। ਤੇ ਸ਼ੋਰਟ ਨੋਟਿਸ, ਇਹਦੇ ਵਿੱਚ ਕੀ ਹੈ 10 ਦਿਨਾਂ ਦੇ ਸਮਾਂ, ਘੱਟ ਤੋਂ ਘੱਟ ਸਮਾਂ ਹੁੰਦਾ, ਉਹਦੇ ਵਿੱਚ ਨੋਟਿਸ ਦੇ ਕੇ ਜਿਹੜੇ ਮੈਂਬਰ ਹੈ ਉਹ ਮੰਤਰੀਆਂ ਤੋਂ ਜ਼ਬਾਨੀ ਮੌਖਿਕ ਸਵਾਲ ਪੁੱਛ ਸਕਦੇ ਇਹਦੇ ਵਿੱਚ। ਠੀਕ ਹੈ ਜੀ। ਇਹ ਵੈਰੀ ਇੰਪੋਰਟੈਂਟ ਹੈ, ਤਿੰਨੇ ਤਰ੍ਹਾਂ ਦੇ ਐਗਜ਼ਾਮ 'ਚ ਇਹ ਪੁੱਛੇ ਜਾਂਦੇ ਜੀ। ਅਗਲਾ ਆ ਗਿਆ ਜੀ ਤਾਰਾਬੰਦ, ਸਟਾਰਡ ਸਵਾਲ ਕਿਹੜੇ ਆ। ਹਾਂਜੀ, ਇਹ ਜ਼ਬਾਨੀ ਜਵਾਬ ਦਿੱਤਾ ਜਾਂਦਾ, ਬਿਲਕੁਲ ਸਹੀ ਹੈ, ਮੰਤਰੀ ਇਹਦਾ ਮੌਖਿਕ ਜਵਾਬ ਦੇਣਗੇ। ਲਿਖਤੀ ਜਵਾਬ ਦਿੱਤਾ ਜਾਏਗਾ, ਇਹ ਗਲਤ ਹੋ ਗਿਆ, ਕੋਈ ਲਿਖਤੀ ਜਵਾਬ ਨਹੀਂ ਦਿੱਤਾ ਜਾਂਦਾ। ਪੂਰਕ ਸਵਾਲ ਪੁੱਛੇ ਜਾ ਸਕਦੇ, ਹਾਂਜੀ ਪੁੱਛੇ ਜਾ ਸਕਦੇ ਇਹਦੇ ਵਿੱਚ। ਪੂਰਕ ਸਵਾਲ ਨਹੀਂ ਪੁੱਛੇ ਜਾ ਸਕਦੇ, ਗਲਤ ਹੋ ਗਿਆ ਜੀ। ਠੀਕ ਹੈ ਜੀ। ਜਵਾਬਾਂ ਤੇ ਚਰਚਾ ਕੀਤੀ ਜਾਂਦੀ ਹੈ, ਕੋਈ ਚਰਚਾ ਨਹੀਂ ਕੀਤੀ ਜਾਂਦੀ। ਸਪੀਕਰ ਜਵਾਬ ਨੂੰ ਕੰਟਰੋਲ ਕਰਦਾ ਹੈ, ਕੋਈ ਕੰਟਰੋਲ ਨਹੀਂ ਕਰਦਾ ਜਵਾਬ ਨੂੰ। ਫਿਰ ਸਹੀ ਹੋ ਗਿਆ 1 ਤੇ 3 ਤੇ ਆੜਾ ਇਹਦਾ ਉੱਤਰ ਬਣ ਜਾਏਗਾ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ ਸਭਾ ਦੇ ਸੈਸ਼ਨ ਨਹੀਂ ਹਨ। ਲੋਕ ਸਭਾ ਦੇ 3 ਹੀ ਸੈਸ਼ਨ ਚੱਲਦੇ ਆ ਜੀ। ਇੱਕ ਬਜਟ ਸੈਸ਼ਨ ਹੈ ਜੀ, ਮਾਨਸੂਨ ਸੈਸ਼ਨ ਹੈ ਜੀ, ਤੇ ਇੱਕ ਵਿੰਟਰ ਸੈਸ਼ਨ ਹੁੰਦਾ, ਤੇ ਗਰਮੀ ਦਾ ਕੋਈ ਸੈਸ਼ਨ ਨਹੀਂ ਹੁੰਦਾ ਜੀ। ਫਿਰ ਨਹੀਂ ਹੈ, ਉਹਨਾਂ ਨੇ ਪੁੱਛਿਆ ਸੈਸ਼ਨ ਨਹੀਂ ਹੈ ਤਾਂ ਉਹ ਹੈ ਗਰਮੀ ਦਾ ਸੈਸ਼ਨ। 26 ਜਨਵਰੀ 2019 ਤੱਕ ਲੋਕ ਸਭਾ ਦੇ ਵਿੱਚ ਅਨੁਸੂਚਿਤ ਜਾਤੀਆਂ ਲਈ ਕਿੰਨੀਆਂ ਸੀਟਾਂ ਰੱਖਣੀਆਂ ਸੀ ਤੇ ਅਨੁਸੂਚਿਤ ਕਬੀਲਿਆਂ ਲਈ ਕਿੰਨੀਆਂ ਸੀ। ਇਹ ਸੀ 84 ਤੇ 47, ਯਾਦ ਰੱਖਣਾ, ਵੈਰੀ ਇੰਪੋਰਟੈਂਟ। ਠੀਕ ਹੈ ਜੀ। ਇਹ ਲੰਬੇ ਸਮੇਂ ਤੋਂ ਹੀ 84 ਤੇ 47 ਚੱਲਦਾ ਆ ਰਿਹਾ, ਇਹਨੂੰ ਹਰ ਵਾਰ ਵਧਾ ਦਿੱਤਾ ਜਾਂਦਾ ਇਹਨੂੰ। ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੇ ਸੈਸ਼ਨ ਦਾ ਜਿਹੜਾ ਸੰਬੰਧ ਕਿਹਦੇ ਨਾਲ ਹੈ। ਹਾਂਜੀ, ਇਹ ਕਦੋਂ ਬੁਲਾਇਆ ਜਾਂਦਾ ਹੈ, ਜਦੋਂ ਦੋਹਾਂ ਸਦਨਾਂ ਦੀ ਵੱਖਰੀ ਰਾਏ ਹੋ ਜੇ ਕਿਸੇ ਬਿੱਲ ਤੇ, ਉਹਦੇ ਸੈਸ਼ਨ ਬੁਲਾਇਆ ਜਾਂਦਾ ਹੈ ਤੇ ਰਾਸ਼ਟਰਪਤੀ ਬੁਲਾਉਂਦਾ ਹੈ ਆਰਟੀਕਲ 108 ਦੇ ਤਹਿਤ, ਤੇ ਸਪੀਕਰ ਇਹਦੀ ਪ੍ਰਧਾਨਗੀ ਕਰਦਾ ਲੋਕ ਸਭਾ ਦਾ। ਹੇਠ ਲਿਖੇ ਜਿਹੜੇ ਕਥਨਾਂ ਤੇ ਗੌਰ ਕਰਨਾ ਹੈ। ਭਾਰਤ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਸੰਵਿਧਾਨ ਦੇ 108 ਦੇ ਤਹਿਤ ਮਨਜ਼ੂਰ ਹੈ, ਬਿਲਕੁਲ ਸਹੀ ਹੈ ਜੀ। ਲੋਕ ਸਭਾ ਤੇ ਰਾਜ ਸਭਾ ਦੀ ਜਿਹੜੀ ਪਹਿਲਾ ਸਾਂਝਾ ਬੈਠਕ ਹੋਈ ਸੀ 1961 ਵਿੱਚ ਹੋਈ, ਇਹ ਵੀ ਬਿਲਕੁਲ ਸਹੀ ਹੈ ਜੀ। ਭਾਰਤੀ ਸੰਸਦ ਦੇ ਦੋਹਾਂ ਸਦਨਾਂ ਦੀ ਦੂਜੀ ਸਾਂਝੀ ਬੈਠਕ ਬੈਂਕਿੰਗ ਸੇਵਾ ਕਮਿਸ਼ਨ ਬਿੱਲ ਪਾਸ ਕਰਨ ਲਈ ਰੱਖੀ ਗਈ, ਇਹ ਵੀ ਬਿਲਕੁਲ ਸਹੀ ਹੈ। ਪਹਿਲੀ 1961 ਵਿੱਚ ਹੋਈ ਸੀ ਤੇ ਦੂਸਰੀ ਜਿਹੜੀ ਬੈਂਕਿੰਗ ਸੇਵਾ ਕਮਿਸ਼ਨ ਬਿੱਲ ਪਾਸ ਕਰਨ ਦੇ ਲਈ ਰੱਖੀ ਗਈ ਸੀ। ਇਹਦੇ ਵਿੱਚ ਡੀ ਉੱਤਰ ਬਣੇਗਾ, ਤਿੰਨੇ ਦੇ ਤਿੰਨੇ ਠੀਕ ਹੈ ਜੀ। ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕਿਸ ਦੁਆਰਾ ਕੀਤੀ ਜਾਂਦੀ ਹੈ। ਇਹ ਕੀਤੀ ਜਾਂਦੀ ਹੈ ਲੋਕ ਸਭਾ ਦੇ ਸਪੀਕਰ ਦੁਆਰਾ। ਸਰਕਾਰ ਦੇ ਖਿਲਾਫ ਜੇ ਬੇਭਰੋਸਗੀ ਦਾ ਮਤਾ ਪਾਸ ਹੋ ਜਾਵੇ ਤਾਂ ਫਿਰ ਕੀ ਹੋਏਗਾ। ਠੀਕ ਹੈ। ਇਹ ਉਹਨਾਂ ਨੇ ਪੁੱਛਿਆ ਕਿ ਕਿੱਥੇ ਪੇਸ਼ ਕੀਤਾ ਜਾ ਸਕਦਾ ਹੈ। ਇਹ ਜੀ ਲੋਕ ਸਭਾ 'ਚ ਪੇਸ਼ ਕੀਤਾ ਜਾਂਦਾ ਹੈ। ਜੇ ਪਾਸ ਹੋ ਜੇ ਤਾਂ ਸਰਕਾਰ ਹੈ ਉਹਨੂੰ ਅਸਤੀਫਾ ਦੇਣਾ ਪਵੇਗਾ। ਠੀਕ ਹੈ ਜੀ। ਸਾਰੀ ਸਰਕਾਰ ਡਿੱਗ ਪਏਗੀ। ਸਾਲਾਨਾ ਕੇਂਦਰੀ ਬਜਟ ਲੋਕ ਸਭਾ ਦੁਆਰਾ ਪਾਸ ਨਹੀਂ ਹੁੰਦਾ। ਜਿਹੜਾ ਬਜਟ ਹੈ ਉਹ ਆਪਾਂ 1 ਫੈਬ ਨੂੰ ਪੇਸ਼ ਕਰਦੀ ਸਰਕਾਰ, ਜੇ ਉਹ ਬਜਟ ਪਾਸ ਨਹੀਂ ਹੁੰਦਾ ਤਾਂ ਕੀ ਹੋਏਗਾ, ਤਾਂ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪਵੇਗਾ। ਡੀ ਉੱਤਰ ਬਣੇਗਾ ਜੀ ਇਹਦਾ ਆਨਸਰ ਬਣੇਗਾ ਜੀ ਡੀ। ਬਜਟ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ। ਬਜਟ ਨੂੰ ਆਪਾਂ ਕਹਿੰਦੇ ਆ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ, ਸਾਲਾਨਾ ਵਿੱਤੀ ਸਟੇਟਮੈਂਟ। ਭਾਰਤ ਦੀ ਸੰਸਦ ਦੇ ਵਿੱਚ ਕੌਣ ਸ਼ਾਮਲ ਹੈ। ਭਾਰਤ ਦੀ ਸੰਸਦ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ। ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਤੋਂ ਮਿਲ ਕੇ ਬਣਦੀ ਹੈ। ਦਾ ਰਾਈਟ ਆਨਸਰ ਬਣ ਜਾਏਗਾ ਜੀ ਸੀ। ਕੌਣ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ। ਇਹਦਾ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਜੀ। ਇਹਨਾਂ ਵਿੱਚੋਂ ਕਿਹੜੀ ਸੰਸਦ ਦੀ ਸਭ ਤੋਂ ਵੱਡੀ ਕਮੇਟੀ ਹੈ। ਸਭ ਤੋਂ ਵੱਡੀ ਕਮੇਟੀ ਹੈ ਜੀ ਉਹ ਅਨੁਮਾਨ ਕਮੇਟੀ ਹੁੰਦੀ ਹੈ, ਐਸਟੀਮੇਟ ਕਮੇਟੀ ਹੁੰਦੀ ਹੈ ਜੀ। ਠੀਕ ਹੈ ਜੀ। ਤੇ ਇਹਦੇ ਮੈਂਬਰਾਂ ਦੀ ਗਿਣਤੀ 30 ਹੈ ਤੇ 30 ਦੇ 30 ਮੈਂਬਰ ਲੋਕ ਸਭਾ ਦੇ ਵਿੱਚ ਚੁਣੇ ਜਾਂਦੇ ਆ, ਧਿਆਨ ਰੱਖ ਲੈਣਾ ਜੀ। ਠੀਕ ਹੈ। 30 ਦੇ 30 ਮੈਂਬਰ ਲੋਕ ਸਭਾ ਵਿੱਚ ਚੁਣੇ ਜਾਂਦੇ ਆ ਤੇ ਜਿਹੜਾ ਚੇਅਰਮੈਨ ਹੈ ਉਹ ਵੀ ਲੋਕ ਸਭਾ ਦੇ ਵਿੱਚ ਹੀ ਹੁੰਦਾ। ਫਿਰ ਰਾਜ ਸਭਾ ਦਾ ਕੋਈ ਵੀ ਮੈਂਬਰ ਐਸਟੀਮੇਟ ਕਮੇਟੀ ਦਾ ਮੈਂਬਰ ਨਹੀਂ ਹੁੰਦਾ, ਇਹ ਧਿਆਨ ਰੱਖ ਲੈਣਾ, ਬਹੁਤ ਇੰਪੋਰਟੈਂਟ ਫੈਕਟ ਹੈ। ਤੇ ਸਭ ਤੋਂ ਵੱਡੀ ਕਮੇਟੀ ਹੈ ਜੀ, ਧਿਆਨ 'ਚ ਰੱਖਣੀ ਹੈ। ਅਨੁਮਾਨ ਕਮੇਟੀ ਸੰਸਦ ਦੀ ਸਭ ਤੋਂ ਵੱਡੀ ਕਮੇਟੀ ਹੈ ਜੀ। ਕੁੱਲ 30 ਮੈਂਬਰ ਹੁੰਦੇ ਆ, ਸਾਰੇ ਦੇ ਸਾਰੇ ਲੋਕ ਸਭਾ 'ਚ ਹੁੰਦੇ ਆ। ਕਮੇਟੀ ਹੈ ਜਿਹੜੀ ਖਰਚਿਆਂ ਦੇ ਉੱਪਰ ਆਪਣੀ ਰਿਪੋਰਟ ਪੇਸ਼ ਕਰਦੀ ਹੈ ਤੇ ਕੋਈ ਵੀ ਮੰਤਰੀ ਇਸ ਕਮੇਟੀ ਦਾ ਚੇਅਰਮੈਨ ਨਹੀਂ ਹੁੰਦਾ, ਨਾ ਹੀ ਮੈਂਬਰ ਹੁੰਦਾ, ਨਾ ਹੀ ਚੇਅਰਮੈਨ ਹੁੰਦਾ, ਧਿਆਨ ਰੱਖ ਲੈਣੇ, ਬਹੁਤ ਇੰਪੋਰਟੈਂਟ ਫੈਕਟ ਹੈ। ਇਹ ਲਿਖਿਆ ਵਿੱਚੋਂ ਦਿੱਤੀਆਂ ਪਾਰਲੀਮਾਨੀ ਕਮੇਟੀਆਂ ਵਿੱਚੋਂ ਕਿਸ ਦਾ ਚੇਅਰਮੈਨ ਵਿਰੋਧੀ ਧਿਰ ਵਿੱਚੋਂ ਚੁਣਿਆ ਜਾਂਦਾ। ਹਾਂਜੀ, ਇਹ ਲੋਕ ਲੇਖਾ ਕਮੇਟੀ ਹੁੰਦੀ ਹੈ ਜਿਹਨੂੰ ਪਬਲਿਕ ਅਕਾਊਂਟ ਕਮੇਟੀ ਕਹਿ ਦਿੰਦੇ ਆ। ਇਹਦੇ ਮੈਂਬਰਾਂ ਦੀ ਗਿਣਤੀ 22 ਹੁੰਦੀ ਹੈ, ਜਿਹਦੇ ਵਿੱਚੋਂ 15 ਲੋਕ ਸਭਾ ਦੇ ਵਿੱਚੋਂ ਚੁਣੇ ਜਾਂਦੇ ਆ ਤੇ 7 ਜਿਹੜੇ ਉਹ ਰਾਜ ਸਭਾ 'ਚ ਹੁੰਦੇ ਆ। ਠੀਕ ਹੈ ਜੀ। ਤੇ ਇਹਦਾ ਜਿਹੜਾ ਚੇਅਰਮੈਨ ਹੈ ਉਹਦੀ ਨਿਯੁਕਤੀ ਹੈ ਜਿਹੜੀ ਉਹ
ਲੋਕ ਸਭਾ ਦਾ ਸਪੀਕਰ ਕਰਦਾ ਹੈ। ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹਦੇ ਦੁਆਰਾ ਚੇਅਰਮੈਨ ਦੀ ਜਿਹੜੀ ਅਪਾਇੰਟਮੈਂਟ ਕੀਤੀ ਜਾਂਦੀ ਹੈ ਤੇ ਜਿਹੜਾ ਚੇਅਰਮੈਨ ਹੈ ਉਹ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ। ਇਹ ਧਿਆਨ ਰੱਖ ਲੈਣਾ ਹੈ, ਹਮੇਸ਼ਾ ਵਿਰੋਧੀ ਧਿਰ ਦਾ ਨੇਤਾ ਹੀ ਇਸ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਉਹ ਚੁਣਿਆ ਜਾਂਦਾ ਹੈ। ਹਾਂਜੀ, ਇਹਦੇ ਸੰਬੰਧ ਵਿੱਚ ਪਬਲਿਕ ਕਮੇਟੀ ਦੇ ਸੰਬੰਧ ਵਿੱਚ ਕਿਹੜੀਆਂ ਗੱਲਾਂ ਧਿਆਨ ਰੱਖਣੀਆਂ। ਪਬਲਿਕ ਅਕਾਊਂਟ ਕਮੇਟੀ ਹੈ ਜੀ, 22 ਮੈਂਬਰ ਹੋਣਗੇ, 15 ਲੋਕ ਸਭਾ ਚੋਂ, 7 ਰਾਜ ਸਭਾ ਚੋਂ ਹੋਣਗੇ। ਕੋਈ ਵੀ ਮੰਤਰੀ ਇਹਦਾ ਮੈਂਬਰ ਨਹੀਂ ਹੋਏਗਾ ਤੇ ਚੇਅਰਮੈਨ ਦੀ ਨਿਯੁਕਤੀ ਸਪੀਕਰ ਦੁਆਰਾ ਕੀਤੀ ਜਾਏਗੀ ਤੇ ਮੈਂਬਰਾਂ ਵਿੱਚੋਂ ਕੀਤੀ ਜਾਏਗੀ ਤੇ ਇੱਕ ਕਨਵੈਨਸ਼ਨ ਬਣੀ ਹੋਈ ਹੈ, ਇੱਕ ਪ੍ਰਾਂਤਨ ਵਿਚਾਰਧਾਰਾ ਬਣੀ ਜਿਹਦੇ ਤਹਿਤ ਵਿਰੋਧੀ ਧਿਰ ਦਾ ਜਿਹੜਾ ਨੇਤਾ ਹੈ, ਠੀਕ ਹੈ, ਵਿਰੋਧੀ ਧਿਰ ਦਾ ਨੇਤਾ ਜਾਂ ਵਿਰੋਧੀ ਧਿਰ ਦਾ ਕੋਈ ਵੀ ਮੈਂਬਰ ਇਹਦਾ ਜਿਹੜਾ ਚੇਅਰਮੈਨ ਬਣੇਗਾ ਵਿਰੋਧੀ ਧਿਰ ਚੋਂ ਹੋਏਗਾ। ਕਹਿਣ ਮਤਲਬ ਇਹ ਹੈ 3 ਤਰ੍ਹਾਂ ਦੀਆਂ ਆਡਿਟ ਰਿਪੋਰਟਾਂ ਦੀ ਜਾਂਚ ਕਰਦੀ ਹੈ ਇਹ ਪਬਲਿਕ ਅਕਾਊਂਟ ਕਮੇਟੀ। ਸਭ ਤੋਂ ਪਹਿਲਾਂ ਇਹ ਆਡਿਟ ਰਿਪੋਰਟ ਔਨ ਐਪਰੋਪਰੀਏਸ਼ਨ ਅਕਾਊਂਟ ਦੇ ਉੱਪਰ ਰਿਪੋਰਟ ਦਿੰਦੀ ਹੈ ਤੇ ਫਾਈਨੈਂਸ਼ੀਅਲ ਅਕਾਊਂਟ ਦੇ ਉੱਪਰ ਆਡਿਟ ਰਿਪੋਰਟ ਦਿੰਦੀ ਹੈ ਤੇ ਪਬਲਿਕ ਅੰਡਰਟੇਕਿੰਗ ਦੇ ਉੱਪਰ ਆਪਣੀ ਆਡਿਟ ਰਿਪੋਰਟ ਦਿੰਦੀ ਹੈ। 3 ਤਰ੍ਹਾਂ ਦੀਆਂ ਰਿਪੋਰਟਾਂ ਦਿੰਦੀ ਹੈ, ਧਿਆਨ ਰੱਖ ਲੈਣਾ ਜੀ। ਤੇ ਜਿਹੜਾ ਇਹਦਾ ਮੈਂਬਰ ਹੈ ਉਹ ਜੇ ਤਾਂ ਧਿਆਨ ਰੱਖਣਾ ਹੈ, ਜੇ ਤਾਂ ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਹੈ ਤਾਂ ਉਹੀ ਚੇਅਰਮੈਨ ਬਣੇਗਾ, ਨਹੀਂ ਤਾਂ ਫਿਰ ਵਿਰੋਧੀ ਧਿਰ ਦੇ ਵਿੱਚ ਕੋਈ ਹੋਰ ਮੈਂਬਰ ਹੈ ਜਿਹੜਾ ਉਹ ਇਸ ਕਮੇਟੀ ਦਾ ਚੇਅਰਮੈਨ ਬਣੇਗਾ ਤੇ ਚੇਅਰਮੈਨ ਨਿਯੁਕਤ ਕੌਣ ਕਰੇਗਾ? ਲੋਕ ਸਭਾ ਦਾ ਸਪੀਕਰ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਕਮੇਟੀ ਹੈ ਜਿਹਦੇ ਵਿੱਚ ਰਾਜ ਸਭਾ ਦਾ ਕੋਈ ਮੈਂਬਰ ਨਹੀਂ ਹੁੰਦਾ? ਇਹ ਆਪਾਂ ਪੜ੍ਹ ਕੇ ਗਏ ਜੀ, ਐਸਟੀਮੇਟ ਕਮੇਟੀ, ਅਨੁਮਾਨ ਕਮੇਟੀ ਹੈ ਜੀ। ਇਹਦਾ ਰਾਈਟ ਆਨਸਰ ਆਏਗਾ ਜੀ ਬੀ, ਗੋ। ਹੇਠ ਵਿੱਚ ਲੋਕ ਲੇਖਾ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਠੀਕ ਹੈ ਜੀ। ਇਹ ਲੋਕ ਲੇਖਾ ਰਿਪੋਰਟ ਜਿਹੜੀ ਲੇਖਾ ਕਮੇਟੀ ਹੈ ਰਿਪੋਰਟ ਕਿਸ ਨੂੰ ਪੇਸ਼ ਕਰਦੀ ਹੈ ਜੀ? ਇਹ ਕਰਦੀ ਹੈ ਲੋਕ ਸਭਾ ਦੇ ਵਿੱਚ ਪੇਸ਼ ਕਰਦੀ ਹੈ ਜੀ। ਭਾਰਤੀ ਸੰਸਦ ਦੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਕੌਣ ਨਾਮਜ਼ਦ ਕਰਦਾ ਜੀ? ਉਹ ਕਰਦਾ ਲੋਕ ਸਭਾ ਦਾ ਸਪੀਕਰ। ਭਾਰਤ ਵਿੱਚ ਸੰਸਦ ਦੀਆਂ ਵਿੱਤੀ ਕਮੇਟੀਆਂ ਵਿੱਚ ਕਿਹੜੀਆਂ ਹਨ ਉਹ ਦੱਸਣਾ। ਵਿੱਤੀ ਕਮੇਟੀਆਂ ਜਿਹੜੀਆਂ ਕਿ ਧਨ ਨਾਲ ਸੰਬੰਧਿਤ ਕਮੇਟੀਆਂ, ਲੋਕ ਲੇਖਾ ਕਮੇਟੀ ਵੀ ਧਨ ਨਾਲ, ਅਨੁਮਾਨ ਕਮੇਟੀ ਵੀ ਧਨ ਨਾਲ ਸੰਬੰਧਿਤ ਅਤੇ ਜਨਤਕ ਕਾਰਜਾਂ ਬਾਰੇ ਕਮੇਟੀ, ਇਹ ਤਿੰਨੇ ਦੇ ਤਿੰਨੇ ਕਮੇਟੀਆਂ ਜਿਹੜੀਆਂ ਹੈਗੀਆਂ ਫਾਈਨੈਂਸ਼ੀਅਲ ਕਮੇਟੀਆਂ ਜੀ। ਇਹਦਾ ਰਾਈਟ ਆਨਸਰ ਬਣੂ ਡੀ। ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਦ ਦੀ ਸਥਾਈ ਕਮੇਟੀ ਹੈ? ਸਥਾਈ ਮੀਨਸ ਪਰਮਾਨੈਂਟ ਕਮੇਟੀ ਹੈ। ਲੋਕ ਲੇਖਾ ਵੀ ਪਰਮਾਨੈਂਟ ਹੈ, ਐਸਟੀਮੇਟ ਕਮੇਟੀ ਵੀ ਤੇ ਜਨਤਕ ਅਦਾਰਿਆਂ ਦੀ ਕਮੇਟੀ, ਤਿੰਨੇ ਦੇ ਤਿੰਨੇ ਜਿਹੜੀਆਂ ਹੈਗੀਆਂ ਜੀ ਉਹ ਪਰਮਾਨੈਂਟ ਕਮੇਟੀਆਂ। ਇਹਦਾ ਰਾਈਟ ਆਨਸਰ ਬਣੂ ਡੀ। ਹੇਠ ਦਿੱਤੀਆਂ ਪਾਰਲੀਮਾਨੀ ਕਮੇਟੀਆਂ ਵਿੱਚੋਂ ਕਿਸ ਦਾ ਚੇਅਰਮੈਨ ਲੋਕ ਸਭਾ ਦਾ ਹੁੰਦਾ ਜੀ? ਹਾਂਜੀ, ਜਿਹੜੀ ਅਨੁਮਾਨ ਕਮੇਟੀ ਹੈ ਜਿਹਨੂੰ ਐਸਟੀਮੇਟ ਕਮੇਟੀ ਕਹਿੰਦੇ ਆ, ਇਹਦੇ 30 ਮੈਂਬਰ ਹੈ ਤੇ 30 ਦੇ 30 ਮੈਂਬਰ ਲੋਕ ਸਭਾ ਦੇ ਆ, ਇਹਦਾ ਵੀ ਚੇਅਰਮੈਨ ਲੋਕ ਸਭਾ ਦਾ ਹੋਏਗਾ। ਤੇ ਇੱਕ ਜਨਤਕ ਕਾਰਜਾਂ ਬਾਰੇ ਜਿਹੜੀ ਕਮੇਟੀ ਹੈ ਇਹਦਾ ਮੈਂਬਰ ਹੈ ਜਿਹੜਾ ਉਹ ਵੀ ਚੇਅਰਮੈਨ, ਉਹਦਾ ਚੇਅਰਮੈਨ ਵੀ ਲੋਕ ਸਭਾ ਦਾ ਹੁੰਦਾ। ਇਹ ਧਿਆਨ ਰੱਖ ਲੈਣਾ, ਇਹਦੇ 2 ਰਾਈਟ ਆਨਸਰ ਬਣਨਗੇ ਜੀ। ਹਾਂਜੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗ ਦੀ ਗੱਲ ਕਰਦੇ ਹਾਂ, ਜਨਤਕ ਕਾਰਜਾਂ ਦੀ ਕਮੇਟੀ, ਇਹ 'ਚ 22 ਮੈਂਬਰ ਹੁੰਦੇ ਆ, 15 ਲੋਕ ਸਭਾ ਚੋਂ ਤੇ 7 ਰਾਜ ਸਭਾ ਚੋਂ। ਤੇ ਲੋਕ ਸਭਾ ਜਿਹੜਾ ਸਪੀਕਰ ਦੁਆਰਾ, ਲੋਕ ਸਭਾ ਜਿਹੜਾ ਸਪੀਕਰ ਹੈ ਉਹਦੇ ਦੁਆਰਾ ਇਹਦੇ ਚੇਅਰਮੈਨ ਦੀ ਚੋਣ ਕੀਤੀ ਜਾਂਦੀ ਹੈ ਤੇ ਲੋਕ ਸਭਾ ਦੇ ਵਿੱਚੋਂ। ਇਹ ਧਿਆਨ ਰੱਖਣਾ, ਹਮੇਸ਼ਾ ਲੋਕ ਸਭਾ ਦੇ ਵਿੱਚੋਂ ਪਬਲਿਕ ਅੰਡਰਟੇਕਿੰਗ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਉਹ ਸਪੀਕਰ ਚ ਹੁੰਦਾ ਜੀ। ਕੋਈ ਵੀ ਮੰਤਰੀ ਇਸ ਕਮੇਟੀ ਦਾ ਚੇਅਰਮੈਨ ਨਹੀਂ ਬਣ ਸਕਦਾ, ਇਹ ਧਿਆਨ ਰੱਖ ਲੈਣਾ ਜੀ। ਪਟੀਸ਼ਨਾਂ ਤੇ ਕਮੇਟੀ ਜੀ, ਠੀਕ ਹੈ, ਲੋਕ ਸਭਾ ਤੇ ਰਾਜ ਸਭਾ ਦੀਆਂ ਆਪਣੀਆਂ ਪਟੀਸ਼ਨਾਂ ਤੇ ਕਮੇਟੀਆਂ ਬਣੀਆਂ, ਠੀਕ ਹੈ, ਤੇ ਦੋਹਾਂ ਦੀਆਂ ਪਟੀਸ਼ਨਾਂ ਤੇ ਕਮੇਟੀਆਂ ਹੁੰਦੀਆਂ। ਜੇ ਲੋਕ ਸਭਾ ਦੀ ਕਮੇਟੀ ਹੈ ਤਾਂ ਉਹਦੇ ਵਿੱਚ 15 ਮੈਂਬਰ ਹੋਣਗੇ, ਰਾਜ ਸਭਾ ਦੇ 10 ਮੈਂਬਰ ਹੁੰਦੇ ਆ ਜੀ। ਇਹ ਧਿਆਨ ਰੱਖ ਲੈਣਾ ਹੈ, ਅਲੱਗ-ਅਲੱਗ ਹੋਣਗੇ ਦੋਨੋਂ ਕਮੇਟੀ। ਪਟੀਸ਼ਨ ਨਿਯਮਾਂ ਅਨੁਸਾਰ ਪਾਈ ਜਾਂਦੀ ਹੈ ਤਾਂ ਉਹਨੂੰ ਸਰਕੂਲੇਟ ਕਰਨ ਦਾ ਨਿਰਦੇਸ਼ ਕੀਤਾ ਜਾਂਦਾ, ਠੀਕ ਹੈ। ਕੋਈ ਵੀ ਪਟੀਸ਼ਨ ਹੈ ਜੇ ਉਹ ਸਹੀ ਨਿਯਮਾਂ ਮੁਤਾਬਕ ਤਾਂ ਉਹਨੂੰ ਸਰਕੂਲੇਟ ਕਰ ਦਿੱਤਾ ਜਾਂਦਾ। ਹਾਂਜੀ, ਹੁਣ ਮੈਚਿੰਗ ਹੈ ਜੀ। ਲਿਸਟ ਪਬਲਿਕ ਅਕਾਊਂਟ ਕਮੇਟੀ ਹੈ ਜਿਹੜੀ, ਇਹ ਵਿੱਤੀ ਕਮੇਟੀ ਹੈ, ਫਾਈਨੈਂਸ਼ੀਅਲ ਕਮੇਟੀ ਹੈ, ਤਿੰਨ ਨਾਲ ਮੈਚ ਕਰਾਂਗੇ। ਕਮੇਟੀ ਔਨ ਪਟੀਸ਼ਨਸ, ਜਿਹੜੀ ਕਮੇਟੀ ਔਨ ਪਟੀਸ਼ਨਸ ਹੈ ਇਹ ਫੰਕਸ਼ਨਲ ਕਮੇਟੀ, ਇਹਨੂੰ 4 ਨਾਲ ਮੈਚ ਕਰਾਂਗੇ ਜੀ। ਜੁਆਇੰਟ ਕਮੇਟੀ ਔਨ ਸਟਾਕ ਮਾਰਕੀਟ, ਇਹ ਐਡ ਹੋਕ ਕਮੇਟੀ ਹੁੰਦੀ ਹੈ, ਇਹਨੂੰ 1 ਨਾਲ ਮੈਚ ਕਰਾਂਗੇ ਜੀ। ਤੇ ਡਿਪਾਰਟਮੈਂਟ ਕਮੇਟੀ ਹੈ ਜਿਹੜੀ ਸਟੈਂਡਿੰਗ ਕਮੇਟੀ, ਇਹਨੂੰ 2 ਨਾਲ ਮੈਚ ਕਰਾਂਗੇ, ਠੀਕ ਹੈ। ਇਹ ਧਿਆਨ ਰੱਖ ਲੈਣਾ ਜੀ ਇਹਦਾ ਵੀ। ਜਦੋਂ ਸੰਸਦ ਦੁਆਰਾ ਪੇਸ਼ਗੀ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਬਜਟ ਦੇ ਨਿਯਮਤ ਪਾਸ ਹੋਣ ਤੱਕ ਇਸ ਨੂੰ ਕੀ ਕਿਹਾ ਜਾਂਦਾ ਹੈ? ਇਸ ਤਰ੍ਹਾਂ ਜੀ ਜਿੰਨੇ ਵੀ ਸਰਕਾਰੀ ਮੁਲਾਜ਼ਮ ਕੰਮ ਕਰਦੇ ਆ ਸੈਂਟਰ ਦੇ ਵਿੱਚ, ਉਹਨਾਂ ਨੂੰ ਤਨਖਾਹਾਂ ਬਜਟ ਪਾਸ ਹੋਣ ਤੋਂ ਬਾਅਦ ਮਿਲਦੀਆਂ, ਪਰ ਕਈ ਵਾਰ ਬਜਟ ਪਾਸ ਹੋਣ ਦੇ ਵਿੱਚ ਡਿਲੇ ਹੋ ਜਾਂਦੀ ਹੈ ਤਾਂ ਤਨਖਾਹਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਖਰਚ ਕਰਨ ਵਿੱਚ ਪ੍ਰੋਬਲਮ ਆ ਜਾਂਦੀ ਹੈ ਸਰਕਾਰ ਦੀ, ਤਾਂ ਉਦੋਂ ਵੋਟ ਔਨ ਅਕਾਊਂਟ ਆ ਜਿਹੜਾ ਇਹ ਇੱਕ ਪੇਸ਼ ਕੀਤਾ ਜਾਂਦਾ ਹੈ, ਠੀਕ ਹੈ। ਬਜਟ ਦੀ ਜਗ੍ਹਾ ਤੇ ਵੋਟ ਔਨ ਅਕਾਊਂਟ, ਇਹ ਅਸਲ ਦੇ ਵਿੱਚ ਇਕੱਲਾ ਖਰਚ ਹੁੰਦਾ, ਇਹਦੇ ਵਿੱਚ ਵੋਟ ਔਨ ਅਕਾਊਂਟ ਦੇ ਥਰੂ ਇਕੱਲਾ ਕੇਵਲ ਤੇ ਕੇਵਲ ਖਰਚਾ ਜਿਹੜਾ ਉਹ ਸਰਕਾਰ ਕਰ ਸਕਦੀ ਹੈ। ਹਾਂਜੀ, ਵੋਟ ਔਨ ਅਕਾਊਂਟ, ਠੀਕ ਹੈ ਜੀ, ਕੇਂਦਰ ਸਰਕਾਰ ਨੂੰ ਇਜਾਜ਼ਤ ਦਿੰਦਾ ਹੈ। ਇਹ ਕੀ ਦਿੰਦਾ ਹੈ? ਕੰਸੋਲੀਡੇਟਡ ਫੰਡ, ਜਿਹਨੂੰ ਸੰਯੁਕਤ ਫੰਡ ਕਹਿ ਦਿੰਦੇ ਆ, ਉਹਦੇ ਵਿੱਚੋਂ ਪੈਸੇ ਕਢਾਉਣ ਦੀ ਆਗਿਆ ਦਿੰਦਾ ਖਾਸ ਅਵਧੀ ਦੇ ਲਈ। 2 ਮਹੀਨੇ ਜਾਂ 3 ਮਹੀਨੇ ਟਾਈਮ ਫਿਕਸ ਹੁੰਦਾ ਵੀ ਇਹਦੇ ਲਈ ਖਰਚਾ ਜਿਹੜਾ ਇਹਦੇ ਫੰਡ ਵਿੱਚੋਂ ਕੀਤਾ ਜਾਏਗਾ। ਇਹ ਆਮ ਤੌਰ ਤੇ ਜਦੋਂ ਸਰਕਾਰ ਦਾ 5ਵਾਂ ਸਾਲ ਹੁੰਦਾ ਹੈ, ਜਦੋਂ ਇਲੈਕਸ਼ਨ ਹੋਣਾ ਹੁੰਦਾ ਹੈ, ਤਾਂ ਉਦੋਂ ਸਰਕਾਰ ਬਜਟ ਨਹੀਂ ਪੇਸ਼ ਕਰਦੀ, ਉਦੋਂ ਵੋਟ ਔਨ ਅਕਾਊਂਟ ਪੇਸ਼ ਕੀਤਾ ਜਾਂਦਾ ਹੈ। ਤੇ ਇਲੈਕਸ਼ਨ ਜਿੱਤੋਂ ਤੋਂ ਬਾਅਦ ਜਦੋਂ ਨਵੀਂ ਸਰਕਾਰ ਬਣਦੀ ਹੈ ਉਹ ਬਜਟ ਲੈ ਕੇ ਆਉਂਦੀ ਹੈ। ਸੰਸਦ ਦੇ ਵਿੱਚ ਖਾਤੇ ਤੇ ਵੋਟ ਔਨ ਅਕਾਊਂਟ ਕਿਉਂ ਜ਼ਰੂਰੀ ਹੈ? ਠੀਕ ਹੈ, ਕਿਉਂ ਜ਼ਰੂਰੀ ਹੈ ਜੀ? ਕਹਿੰਦੇ ਜਦੋਂ ਸਰਕਾਰੀ ਖਰਚਾ ਸਰਕਾਰੀ ਮਾਲੀਆਂ ਤੋਂ ਵੱਧ ਹੋਵੇ। ਹਾਂਜੀ, ਇਹ ਜ਼ਰੂਰੀ ਉਦੋਂ ਹੈ ਜਦੋਂ ਰੈਗੂਲਰ ਬਜਟ ਹੈ, ਜਿਹੜਾ ਨਿਯਮਤ ਬਜਟ ਹੈ, ਸਮੇਂ ਸਿਰ ਪਾਸ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ, ਠੀਕ ਹੈ ਜੀ। ਰੈਗੂਲਰ ਬਜਟ ਜਦੋਂ ਸਮੇਂ ਸਿਰ ਪਾਸ ਨਾ ਹੋਵੇ ਤਾਂ ਉਦੋਂ ਵੋਟ ਔਨ ਅਕਾਊਂਟ ਹੈ ਜਿਹੜਾ ਉਦੋਂ ਜ਼ਰੂਰੀ ਹੁੰਦਾ ਜੀ, ਠੀਕ ਹੈ। ਇਹ ਧਿਆਨ ਰੱਖ ਲੈਣਾ ਜੀ, ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਜੀ? ਲੋਕ ਸਭਾ ਦੇ ਮੈਂਬਰ ਸਿੱਧੇ ਤੌਰ ਤੇ ਯੋਗ ਵੋਟਰਾਂ ਦੁਆਰਾ ਚੁਣੇ ਜਾਂਦੇ ਹਨ, ਇਹ ਸਹੀ ਹੈ ਜੀ। ਮਨੀ ਬਿੱਲ ਲੋਕ ਸਭਾ ਵਿੱਚ ਹੀ ਇਕੱਲਾ ਪੇਸ਼ ਕੀਤਾ ਜਾਂਦਾ ਹੈ, ਬਿਲਕੁਲ ਸਹੀ ਹੈ ਜੀ। ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਹੁੰਦਾ, ਇਹ ਵੀ ਬਿਲਕੁਲ ਸਹੀ ਹੈ ਜੀ। ਰਾਸ਼ਟਰਪਤੀ ਇੰਡੀਅਨ ਐਂਗਲੋ ਭਾਈਚਾਰੇ ਦੇ 4 ਮੈਂਬਰਾਂ ਨੂੰ ਲੋਕ ਸਭਾ ਵਿੱਚ ਨਾਮਜ਼ਦ ਕਰਦਾ ਸੀ, ਠੀਕ ਹੈ, 2 ਮੈਂਬਰ ਕਰਦਾ ਸੀ ਆਰਟੀਕਲ 331 ਦੇ ਤਹਿਤ, ਹੁਣ ਉਹ ਵੀ ਖਤਮ ਹੋ ਗਿਆ ਜੀ। 104 ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਆਇਆ ਉਹਦੇ ਤਹਿਤ ਹੁਣ ਉਹ ਵੀ ਖਤਮ ਹੋ ਗਿਆ। ਇਹਦਾ ਰਾਈਟ ਆਨਸਰ ਬਣ ਗਿਆ ਜੀ ਆਪਣੇ ਕੋਲ ਫਿਰ ਡੀ। ਮੈਚਿੰਗ ਹੈ ਜੀ ਆਪਣੇ ਕੋਲ। ਇੱਕ ਪਾਸੇ ਆਪਣੇ ਕੋਲ ਕੁਝ ਉਹਦੇ ਦਿੱਤੇ ਹੋਏ ਆ ਤੇ ਇੱਕ ਦੂਜੇ ਪਾਸੇ ਉਹਨਾਂ ਦੁਆਰਾ ਲਿੱਤੀ ਜਾਣ ਵਾਲੀ ਸੌ। ਕਿਹੜੀ ਕਿਹੜੀ ਸ਼ਬਦ ਲੈਂਦੇ ਆ ਇਹ? ਪ੍ਰੈਜ਼ੀਡੈਂਟ ਆਫ ਇੰਡੀਆ
ਇਹ ਜਿਹੜਾ ਸ਼ਬਦ ਲੈਂਦਾ ਹੈ, ਇਹ ਲੈਂਦਾ ਅਪ ਹੋਲਡਿੰਗ ਦੀ ਕਨਸਟੀਟਿਊਸ਼ਨ ਐਂਡ ਲਾ, ਇਹਨੂੰ ਮਿਲਾਵਾਂਗੇ ਜੀ 4 ਨਾਲ। ਠੀਕ ਹੈ ਜੀ। ਜੱਜਸ ਆਫ ਸੁਪਰੀਮ ਕੋਰਟ, ਜੱਜਸ ਆਫ ਸੁਪਰੀਮ ਕੋਰਟ ਜਿਹੜੇ ਸਹੁੰ ਲੈਂਦੇ ਆ ਫੇਥ ਐਂਡ ਐਲਜਿਸ ਟੂ ਦੀ ਕਨਸਟੀਟਿਊਸ਼ਨ ਆਫ ਇੰਡੀਆ, ਇਹ ਪੁਆਇੰਟ ਨੰਬਰ 3 ਆਏਗਾ। ਮੈਂਬਰ ਆਫ ਪਾਰਲੀਮੈਂਟ ਆ ਜਿਹੜੇ, ਇਹ ਲੈਂਦੇ ਆ ਜੀ ਫੇਥਫੁਲ ਡਿਸਚਾਰਜ ਆਫ ਡਿਊਟੀ, ਇਹ 2 ਆਏਗਾ ਜੀ ਇਹਦਾ। ਤੇ ਮਿਨਿਸਟਰ ਆਫ ਔਰ ਦੀ ਯੂਨੀਅਨ, ਜਿਹੜੇ ਮੰਤਰੀ ਆ ਉਹਨਾਂ ਨੇ ਸਾਰੇ ਫੈਸਲੇ ਲੈਣੇ ਹੁੰਦੇ ਆ ਤੇ ਉਹਨਾਂ ਨੇ ਸੀਕ੍ਰੇਸੀ ਬਣਾਈ ਰੱਖਣੀ ਹੁੰਦੀ ਹੈ ਸੂਚਨਾ ਦੀ। ਠੀਕ ਹੈ ਜੀ, ਇਹਦਾ ਆਏਗਾ 1। ਜੇ ਸੀਕ੍ਰੇਸੀ ਲੀਕ ਕਰ ਦੇਣਗੇ ਤਾਂ ਬਹੁਤ ਸਾਰੇ ਲੋਕ ਬੈਨੀਫਿਟ ਉਠਾ ਸਕਦੇ ਆ, ਲਾਹਾ ਲੈ ਸਕਦੇ ਆ। ਜਿਵੇਂ ਸਰਕਾਰ ਨੇ ਫੈਸਲਾ ਕਰ ਲਿਆ ਵੀ ਖੰਡ ਹੈ ਉਹਦੇ ਤੇ ਟੈਕਸ ਵਧਾਉਣਾ ਹੈ, ਖੰਡ ਹੋਣੀ ਹੈ ਮਹਿੰਗੀ, ਤੇ ਲੋਕ ਜੇ ਇਹ ਗੱਲ ਕੋਈ ਮੰਤਰੀ ਆਪਣੇ ਰਿਸ਼ਤੇਦਾਰ ਨੂੰ ਲੀਕ ਕਰੇਗਾ ਤਾਂ ਉਹ ਖੰਡ ਸਟੋਰ ਕਰ ਲੈਣਗੇ। ਠੀਕ ਹੈ ਜੀ। ਤੇ ਮਿਨਿਸਟਰ ਆਫ ਯੂਨੀਅਨ ਹੈ, ਉਹਨੇ ਸੀਕ੍ਰੇਸੀ ਆਫ ਇਨਫੋਰਮੇਸ਼ਨ ਇਹ ਬਣਾ ਕੇ ਰੱਖਣੀ ਹੁੰਦੀ ਹੈ। ਹੁਣ ਚੱਲਦੇ ਹਾਂ ਜੀ ਅਗਲਾ ਟੌਪਿਕ ਹੈ ਰਾਜ ਸਭਾ। ਡੈਸ਼ ਰਾਜ ਸਭਾ ਦਾ ਸਾਬਕਾ ਚੇਅਰਮੈਨ ਹੁੰਦਾ ਹੈ। ਹਾਂਜੀ, ਕੌਣ ਹੁੰਦਾ ਜੀ? ਭਾਰਤ ਦਾ ਉਪ ਰਾਸ਼ਟਰਪਤੀ ਹੈ ਜਿਹੜਾ, ਉਹ ਰਾਜ ਸਭਾ ਦਾ ਸਾਬਕਾ ਚੇਅਰਮੈਨ ਹੁੰਦਾ, ਧਿਆਨ ਰੱਖ ਲੈਣਾ ਜੀ। ਹਾਂਜੀ, ਰਾਜ ਸਭਾ ਬਾਰੇ ਕੁਝ ਇੰਪੋਰਟੈਂਟ ਫੈਕਟ। ਰਾਜ ਸਭਾ ਦੀ ਜਿਹੜਾ ਗਠਨ ਹੈ ਉਹ ਆਰਟੀਕਲ 80 ਦੇ ਤਹਿਤ ਕੀਤਾ ਗਿਆ ਹੈ ਤੇ ਇਹ ਉੱਪਰਲਾ ਸਦਨ ਹੁੰਦਾ ਜੀ। ਇਹਨੂੰ ਬਜ਼ੁਰਗਾਂ ਦਾ ਘਰ ਜਾਂ ਹਾਊਸ ਆਫ ਐਲਡਰਸ ਵੀ ਕਿਹਾ ਜਾਂਦਾ ਹੈ ਰਾਜ ਸਭਾ ਨੂੰ। ਤੇ ਉਪ ਰਾਸ਼ਟਰਪਤੀ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਹੁੰਦਾ ਹੈ। ਠੀਕ ਹੈ ਜੀ। ਤੇ ਵੈਂਕਈਆ ਨਾਇਡੂ ਹੈ ਜਿਹੜੇ, ਉਹ ਰਾਜ ਸਭਾ ਦੇ ਚੇਅਰਮੈਨ ਹੈ। ਠੀਕ ਹੈ ਜੀ। ਰਾਜ ਸਭਾ ਇੱਕ ਸਥਾਈ ਸੰਸਥਾ ਹੈ, ਉਹਨੂੰ ਭੰਗ ਨਹੀਂ ਕੀਤਾ ਜਾ ਸਕਦਾ ਕਦੇ ਵੀ। ਵੱਧ ਤੋਂ ਵੱਧ ਇਹਦੇ ਮੈਂਬਰ ਆ 550 ਹੋਣਗੇ। ਜਦੋਂ ਸਵਾਲ ਪੁੱਛਿਆ ਜਾਵੇ ਮੈਕਸਿਮਮ ਮੈਂਬਰ ਕਿੰਨੇ ਆ ਤਾਂ 550। ਠੀਕ ਹੈ। ਤੇ ਇਸ ਸਮੇਂ 545 ਮੈਂਬਰ ਹੈ ਜੀ। ਠੀਕ ਹੈ ਜੀ। ਜਿਹਦੇ ਚੋਂ 233 ਮੈਂਬਰ ਹੈ ਸਟੇਟ ਤੇ ਯੂਟੀ ਦੇ ਵਿੱਚੋਂ ਚੁਣੇ ਜਾਂਦੇ ਆ ਤੇ 12 ਮੈਂਬਰ ਹੈ ਰਾਸ਼ਟਰਪਤੀ ਹੈ ਜਿਹੜਾ ਕਲਾ, ਸਾਹਿਤ, ਵਿਗਿਆਨ, ਸਮਾਜਿਕ ਸੇਵਾ ਦੇ ਆਧਾਰ ਤੇ ਉਹਨਾਂ ਨੂੰ ਨਾਮਜ਼ਦ ਕਰਦਾ ਹੈ। ਰਾਜ ਸਭਾ ਦੇ 1/3 ਮੈਂਬਰ ਹਰ 2 ਸਾਲਾਂ ਬਾਅਦ ਸੇਵਾ ਮੁਕਤ ਹੋ ਜਾਂਦੇ ਆ। ਠੀਕ ਹੈ ਜੀ। ਤੇ ਰਾਜ ਸਭਾ ਜਿਹੜਾ ਹੈਗਾ ਸੰਵਿਧਾਨ ਦੇ ਸੰਘੀ ਚਰਿੱਤਰ ਨੂੰ ਦਰਸਾਉਂਦਾ ਹੈ, ਧਿਆਨ ਰੱਖ ਲੈਣਾ ਹੈ। ਵੈਰੀ ਇੰਪੋਰਟੈਂਟ ਫੈਕਟ ਸਾਰੇ ਦੇ ਸਾਰੇ ਇਹ। ਨਿਮਨਲਿਖਤ ਵਿੱਚੋਂ ਕਿਸ ਸਦਨ ਵਿੱਚ ਪ੍ਰਧਾਨ ਉਸ ਸਦਨ ਦਾ ਮੈਂਬਰ ਨਹੀਂ ਹੁੰਦਾ? ਹਾਂਜੀ, ਇਹ ਹੈ ਜੀ ਰਾਜ ਸਭਾ। ਰਾਜ ਸਭਾ ਦਾ ਜਿਹੜਾ ਪ੍ਰਧਾਨ ਜਾਂ ਚੇਅਰਮੈਨ ਹੁੰਦਾ ਹੈ ਉਹ ਉਪ ਰਾਸ਼ਟਰਪਤੀ ਹੁੰਦਾ ਹੈ ਜੀ। ਤੇ ਉਪ ਰਾਸ਼ਟਰਪਤੀ ਹੈ ਜਿਹੜਾ, ਉਹ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ, ਇਹ ਧਿਆਨ ਰੱਖਣਾ ਹੈ। ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰ ਹਿੱਸਾ ਲੈਂਦੇ, ਇਹ ਧਿਆਨ ਰੱਖ ਲੈਣਾ ਜੀ। ਠੀਕ ਹੈ ਜੀ। ਹਾਂਜੀ, ਰਾਜ ਸਭਾ ਦੇ ਚੇਅਰਮੈਨ ਜਿਹੜਾ ਹੈ ਉਹ ਸਦਨ ਦਾ ਮੈਂਬਰ ਨਹੀਂ ਹੁੰਦਾ। ਠੀਕ ਹੈ ਜੀ। ਤੇ ਵੈਂਕਈਆ ਨਾਇਡੂ ਉੱਪਰਲੇ ਸਦਨ ਦਾ ਚੇਅਰਮੈਨ ਹੈ, ਇਹ ਧਿਆਨ ਰੱਖ ਲੈਣਾ। ਤੇ ਜਿਹੜਾ ਗੱਲ ਕਰਦੇ ਹਾਂ ਆਪਾਂ ਰਾਸ਼ਟਰਪਤੀ ਦੀ, ਜਿਹੜਾ ਰਾਸ਼ਟਰਪਤੀ ਹੈ ਉਹਦੀ ਚੋਣ ਦੇ ਵਿੱਚ ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਤੇ ਰਾਜਾਂ ਦੀਆਂ ਵਿਧਾਨ ਸਭਾ ਦੇ ਮੈਂਬਰ, ਠੀਕ ਹੈ ਜੀ, ਇਹ ਇਹਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈਗੀ ਹੈ ਉਹਦੇ ਮੈਂਬਰ ਹਿੱਸਾ ਲੈਂਦੇ ਆ। ਰਾਜ ਸਭਾ ਨੂੰ ਭੰਗ ਕਰਿਆ ਜਾ ਸਕਦਾ ਹੈ? ਹਾਂਜੀ, ਇਹਦਾ ਰਾਈਟ ਆਨਸਰ ਹੈ ਜੀ ਨਹੀਂ ਕੀਤਾ ਜਾ ਸਕਦਾ। ਕਹਿੰਦੇ 5 ਸਾਲ ਬਾਅਦ, 6 ਸਾਲ ਬਾਅਦ ਪ੍ਰਧਾਨ ਮੰਤਰੀ ਸਲਾਹ, ਤੇ ਇਹ ਸਾਰੇ ਦੇ ਸਾਰੇ ਗਲਤ ਹੈ ਜੀ। ਉਪਰੋਕਤ ਵਿੱਚੋਂ ਕੋਈ ਨਹੀਂ ਇਹਦਾ ਰਾਈਟ ਆਨਸਰ ਬਣੇਗਾ ਜੀ। ਭਾਰਤ ਵਿੱਚ ਰਾਜ ਸਭਾ ਰਾਜਾਂ ਦੀ ਨੁਮਾਇੰਦਗੀ ਆਬਾਦੀ ਦੇ ਆਧਾਰ ਤੇ ਕੀਤੀ ਗਈ ਹੈ। ਲੋਕ ਸਭਾ ਦੇ ਵਿੱਚ ਵੀ ਆਬਾਦੀ ਦੇ ਆਧਾਰ ਤੇ ਕੀਤੀ ਗਈ ਹੈ ਤੇ ਰਾਜ ਸਭਾ ਦੇ ਵਿੱਚ ਵੀ। 12 ਮੈਂਬਰ ਰਾਜ ਸਭਾ ਦੇ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ। ਸਾਹਿਤ, ਵਿਗਿਆਨ, ਕਲਾ, ਸਮਾਜ ਆਦਿ ਆਧਾਰ ਤੇ ਜਿਹੜੇ ਅਨੁਭਵ ਵਿਅਕਤੀ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਉਪ ਰਾਸ਼ਟਰਪਤੀ ਇਹਦਾ ਸਾਬਕਾ ਚੇਅਰਮੈਨ ਦੇ ਤੌਰ ਤੇ ਰਾਜ ਸਭਾ ਦੇ ਕੰਮ ਕਰਦਾ ਜੀ। ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕੀ ਹੈ ਜੀ? ਉਹ 6 ਸਾਲ ਹੈ ਜੀ। ਰਾਜ ਸਭਾ ਨੋਟ ਕੀ ਰੱਖਣਾ ਜੀ ਆਪਾਂ? ਰਾਜ ਸਭਾ ਦੇ ਮੈਂਬਰ 6 ਸਾਲ ਦੀ ਮਿਆਦ ਲਈ ਚੁਣੇ ਜਾਂਦੇ ਆ। ਸੰਵਿਧਾਨ ਦੀ 4ਥੀ ਅਨੁਸੂਚੀ ਦੇ ਵਿੱਚ ਰਾਜ ਸਭਾ ਦੇ ਵਿੱਚ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੀਟਾਂ ਦੀ ਵੰਡ ਦੀ ਵਿਵਸਥਾ ਕੀਤੀ ਗਈ ਹੈ। ਠੀਕ ਹੈ, ਆਬਾਦੀ ਦੇ ਆਧਾਰ ਤੇ ਧਿਆਨ ਰੱਖ ਲੈਣਾ। ਰਾਜ ਸਭਾ ਵਿੱਚ ਰਾਜਾਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜਿਹੜੇ ਨੁਮਾਇੰਦੇ ਆ ਸਿੱਧੇ ਚੋਣ ਪ੍ਰਣਾਲੀ ਦੁਆਰਾ ਚੁਣੇ ਜਾਂਦੇ ਆ। ਠੀਕ ਹੈ ਜੀ। ਤੇ 233 ਮੈਂਬਰ ਚੁਣੇ ਜਾਂਦੇ, ਧਿਆਨ ਰੱਖ ਲੈਣਾ। ਤੇ 12 ਮੈਂਬਰ ਆ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ। ਇਹ ਕਦੇ ਵੀ ਭੰਗ ਨਹੀਂ ਹੁੰਦਾ ਰਾਜ ਸਭਾ, ਕਿਉਂਕਿ ਪਰਮਾਨੈਂਟ ਹਾਊਸ ਹੈ ਜੀ। 1/3 ਮੈਂਬਰ ਹਰ 2 ਸਾਲ ਬਾਅਦ ਸੇਵਾ ਮੁਕਤ ਹੋ ਜਾਂਦੇ ਆ। ਜਿਹੜਾ ਦੂਜਾ ਸਦਨ ਹੈ 1919 ਦੇ ਮੌਂਟੇਂਗ ਚੈਮਸਫੋਰਡ ਰਿਪੋਰਟ ਦੇ ਨਾਲ ਇਹ ਦੂਜਾ ਹਾਊਸ ਜਿਹੜਾ ਸ਼ੁਰੂ ਹੋਇਆ ਸੀਗਾ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਜਿਹਨੂੰ ਡਾਇਰੈਕਟੀ ਕਹਿੰਦੇ ਆਪਾਂ, ਡਾਇਰੈਕਟੀ ਸ਼ੁਰੂ ਕੀਤੀ ਗਈ ਸੀ 1919 ਦੇ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ। ਰਾਜ ਸਭਾ ਦੇ ਚੇਅਰਮੈਨ ਦੀ ਚੋਣ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਮੈਂ ਦੱਸ ਚੁੱਕਿਆ ਵੀ ਇਹ ਉਪ ਰਾਸ਼ਟਰਪਤੀ ਹੁੰਦਾ ਹੈ। ਇਹਦੀ ਚੋਣ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹਿੱਸਾ ਲੈਂਦੇ, ਮਤਲਬ ਸੰਸਦ ਦੇ ਚੁਣੇ ਹੋਏ ਮੈਂਬਰ ਹਿੱਸਾ ਲੈਂਦੇ ਆ ਜੀ। ਚੁਣੇ ਹੋਏ ਮੈਂਬਰ ਧਿਆਨ ਰੱਖਣਾ, ਨੋਮੀਨੇਟਡ ਮੈਂਬਰ ਨਹੀਂ ਲੈਂਦੇ, ਇਹ ਵੀ ਧਿਆਨ ਰੱਖਣਾ। ਰਾਜ ਸਭਾ ਬਾਰੇ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਰਾਜ ਸਭਾ ਇੱਕ ਸਥਾਈ ਸਦਨ ਸੰਸਥਾ ਹੈ, ਬਿਲਕੁਲ ਸਹੀ ਹੈ। ਪਹਿਲੀ ਵਾਰ ਗਠਨ ਇਹਦਾ 3 ਅਪ੍ਰੈਲ 1952 ਨੂੰ ਹੋਇਆ ਸੀ, ਇਹ ਵੀ ਬਿਲਕੁਲ ਸਹੀ ਹੈ। 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਹੁੰਦੇ, ਇਹ ਵੀ ਠੀਕ ਹੈ। 1/3 ਮੈਂਬਰ ਹਰ ਸਾਲ ਸੇਵਾ ਮੁਕਤ ਹੁੰਦੇ, ਇਹ ਗਲਤ ਹੋ ਗਿਆ ਜੀ। ਠੀਕ ਹੈ ਜੀ, ਆਪਣਾ ਆਨਸਰ ਬਣ ਜਾਊਗਾ ਜੀ ਡੀ, ਹਰ 2 ਸਾਲ ਬਾਅਦ ਸੇਵਾ ਮੁਕਤ ਹੁੰਦੇ, ਧਿਆਨ ਰੱਖਣਾ ਜੀ। ਰਾਜ ਸਭਾ ਦੇ ਸੰਬੰਧ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਫੈਕਟ ਵੀ 80 ਆਰਟੀਕਲ ਦੇ ਤਹਿਤ ਇਹਦਾ ਗਠਨ ਹੋਇਆ। 250 ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ ਹੈ, ਜਿਹਦੇ ਵਿੱਚ 245 ਇਸ ਸਮੇਂ ਮੈਂਬਰ ਹੈਗੇ ਆ, ਜਿਹਦੇ ਵਿੱਚ 233 ਮੈਂਬਰ ਹੈ ਜਿਹੜੇ ਉਹ 28 ਰਾਜਾਂ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਚੁਣੇ ਗਏ ਆ। 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ ਕਲਾ, ਸਿਹਤ, ਵਿਗਿਆਨ ਦੇ ਆਧਾਰ ਤੇ। ਇੱਕ ਪੱਕਾ ਸਦਨ ਹੈ, ਕਦੇ ਭੰਗ ਨਹੀਂ ਹੁੰਦਾ। 2 ਸਾਲ ਬਾਅਦ 1/3 ਮੈਂਬਰ ਸੇਵਾ ਮੁਕਤ ਹੋ ਜਾਂਦੇ ਆ। ਇਸ ਤਰ੍ਹਾਂ ਹਰ ਮੈਂਬਰ ਦਾ ਕਾਰਜਕਾਲ ਆ ਉਹ 6 ਸਾਲ ਹੈ। ਠੀਕ ਹੈ ਜੀ। ਜਿਹੜਾ ਰਾਜ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਦਾ ਹੈ। ਰਾਸ਼ਟਰਪਤੀ ਸਾਲ ਵਿੱਚ ਘੱਟੋ ਘੱਟ 2 ਵਾਰੀ ਰਾਜ ਸਭਾ ਦਾ ਸੈਸ਼ਨ ਬੁਲਾਉਂਦੇ ਆ ਤੇ ਦੋਹਾਂ ਸੈਸ਼ਨਾਂ ਦੇ ਵਿਚਕਾਰ 6 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਨਹੀਂ ਹੋਣਾ ਚਾਹੀਦਾ। ਦੋਹਾਂ ਸੈਸ਼ਨਾਂ ਦੀ ਬੈਠਕ ਦੇ ਵਿੱਚ 6 ਮਹੀਨੇ ਤੋਂ ਵੱਧ ਦਾ ਗੈਪ ਨਹੀਂ ਹੋਣਾ ਚਾਹੀਦਾ। ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ ਜੀ? 30 ਸਾਲ ਚਾਹੀਦੀ ਹੈ, ਧਿਆਨ ਰੱਖ ਲੈਣਾ ਜੀ। ਰਾਜ ਸਭਾ ਦੇ ਮੈਂਬਰ ਬਣਨ ਦੀਆਂ ਜ਼ਰੂਰੀ ਯੋਗਤਾਵਾਂ: ਭਾਰਤ ਦਾ ਨਾਗਰਿਕ ਹੋਵੇ, 30 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਕਿਸੇ ਸਰਕਾਰ ਲਾਭਕਾਰੀ ਅਹੁਦੇ ਤੇ ਨਾ ਹੋਵੇ, ਭਾਰਤ ਸਰਕਾਰ ਜਾਂ ਰਾਜ ਸਰਕਾਰ ਦੇ ਪਾਗਲ ਜਾਂ ਦਿਵਾਲੀਆ ਨਾ ਹੋਵੇ, ਇਹ ਧਿਆਨ ਚ ਰੱਖ ਲੈਣੀਆਂ ਯੋਗਤਾਵਾਂ ਜੀ। ਸੰਵਿਧਾਨ ਦੀ ਕਿਸ ਧਾਰਾ ਤਹਿਤ ਆਲ ਇੰਡੀਆ ਸਰਵਿਸ ਬਣਾਉਣ ਦਾ ਅਧਿਕਾਰ ਸਿਰਫ ਰਾਜ ਸਭਾ ਕੋਲ ਹੈ? ਆਲ ਇੰਡੀਆ ਸਰਵਿਸ ਦਾ ਮਤਲਬ 3 ਤਰ੍ਹਾਂ ਦੀ ਸਰਵਿਸ ਦੀ ਗੱਲ ਕਰ ਰਹੇ ਆ। IAS ਆਫੀਸਰ ਜਿਹਨੂੰ ਕਹਿੰਦੇ ਨੇ, IPS ਤੇ IFS। ਠੀਕ ਹੈ ਜੀ। ਇੰਡੀਅਨ ਫੋਰੈਸਟ ਸਰਵਿਸ, ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ ਤੇ ਇੰਡੀਅਨ ਪੁਲਿਸ ਸਰਵਿਸ।
ਇਹ 312 ਦੇ ਤਹਿਤ ਰਾਜ ਸਭਾ ਦੇ ਕੋਲ ਉਹ ਹੋਰ ਕੋਈ ਨਵੀਂ ਸਰਵਿਸ ਵੀ ਐਡ ਕਰ ਸਕਦਾ ਇਹਦੇ ਵਿੱਚ, ਠੀਕ ਹੈ ਜੀ। ਇਹ ਇਕੱਲਾ ਰਾਜ ਸਭਾ ਕੋਲ ਰਾਈਟ ਹੈ। ਹਾਂਜੀ, ਸ਼ਕਤੀਆਂ ਦੀ ਗੱਲ ਕਰਦੇ ਹਾਂ ਰਾਜ ਸਭਾ ਦੇ ਕੋਲ ਕਿਹੜੀ-ਕਿਹੜੀਆਂ। ਰਾਜ ਸਭਾ ਲੋਕ ਸਭਾ ਨਾਲ ਮਿਲ ਕੇ ਕਾਨੂੰਨ ਬਣਾਉਂਦੀ ਹੈ ਤੇ ਸੰਵਿਧਾਨ ਵਿੱਚ ਸੋਧ ਕਰਦੀ ਹੈ। ਸੰਸਦ ਦਾ ਅਨਿੱਖੜਵਾਂ ਅੰਗ ਹੈ ਤੇ ਕੋਈ ਵੀ ਵੇਲੇ ਦੀ ਸਹਿਮਤੀ ਤੋਂ ਬਿਨਾਂ ਕਾਨੂੰਨ ਨਹੀਂ ਬਣ ਸਕਦਾ। 300 ਧਾਰਾ ਆਰਟੀਕਲ ਦੇ ਤਹਿਤ ਆਲ ਇੰਡੀਆ ਸਰਵਿਸ ਬਣਾਉਣ ਦਾ ਇੱਕਮਾਤਰ ਰਾਈਟ ਸਿਰਫ ਰਾਜ ਸਭਾ ਕੋਲ ਹੈ। ਧਾਰਾ 249 ਦੇ ਤਹਿਤ ਕੋਈ ਵੀ ਰਾਸ਼ਟਰੀ ਰਾਜ ਸੂਚੀ ਦੇ ਵਿੱਚ ਕੋਈ ਦਰਜ ਵਿਸ਼ਾ ਉਹਨੂੰ ਰਾਸ਼ਟਰੀ ਮਹੱਤਤਾ ਵਾਲਾ ਘੋਸ਼ਿਤ ਕਰ ਸਕਦੀ ਹੈ ਕੇਵਲ ਤੇ ਕੇਵਲ ਰਾਜ ਸਭਾ, ਠੀਕ ਹੈ ਜੀ। 2 ਵਾਰ ਇਸ ਤਰ੍ਹਾਂ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਚੁੱਕੀ ਹੈ ਰਾਜ ਸਭਾ ਦੁਆਰਾ 1952 ਤੇ 1986 ਦੇ ਵਿੱਚ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਰਾਜ ਸਭਾ ਦੇ ਜਿਹੜੇ ਮੈਂਬਰ ਹਿੱਸਾ ਲੈਂਦੇ ਆ। ਇੰਪੀਚਮੈਂਟ ਜਿਹਦੇ ਵਿੱਚ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ ਹੁੰਦਾ ਉਹਦੀ ਪ੍ਰਕਿਰਿਆ ਵਿੱਚ ਵੀ ਹਿੱਸਾ ਲੈਂਦੇ ਆ। ਐਮਰਜੈਂਸੀ ਦੇ ਸਮੇਂ ਐਮਰਜੈਂਸੀ 1 ਮਹੀਨੇ ਤੋਂ ਵੱਧ ਸਮੇਂ ਲਈ ਲਾਗੂ ਹੁੰਦੀ ਹੈ ਤਾਂ ਉਹ ਲੋਕ ਸਭਾ ਤੇ ਰਾਜ ਸਭਾ ਦੋਨੋਂ ਮਿਲ ਕੇ ਇਸ ਮਤੇ ਨੂੰ ਸਹਿਮਤੀ ਦਿੰਦੇ ਆ। ਸਾਰੇ ਦੇ ਸਾਰੇ ਇੰਪੋਰਟੈਂਟ ਫੈਕਟ ਧਿਆਨ 'ਚ ਰੱਖ ਲੈਣੇ। ਹਾਂਜੀ, ਧਾਰਾ 249 ਦੇ ਤਹਿਤ ਰਾਜ ਸੂਚੀ ਵਿੱਚ ਕਿਸੇ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਵਾਲਾ ਘੋਸ਼ਿਤ ਕਰਨ ਦਾ ਇੱਕਮਾਤਰ ਅਧਿਕਾਰ ਕਿਹਦੇ ਕੋਲ ਹੈ ਜੀ? ਇਹ ਹੈ ਜੀ ਰਾਜ ਸਭਾ। 2 ਵਾਰ ਇਸ ਅਧਿਕਾਰ ਦੀ ਵਰਤੋਂ ਕੀਤੀ ਹੈ, ਧਿਆਨ ਰੱਖ ਲੈਣਾ ਜੀ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਕਿੰਨੀ ਗਿਣਤੀ ਹੈ ਜੀ? 7 ਮੈਂਬਰ ਰਾਜ ਸਭਾ ਦੇ ਜਾਂਦੇ ਆ, ਠੀਕ ਹੈ। ਲੋਕ ਸਭਾ ਦੇ 13 ਮੈਂਬਰ ਜਾਂਦੇ ਆ, ਰਾਜ ਸਭਾ ਦੇ 7 ਮੈਂਬਰ ਜਾਂਦੇ ਆ। ਜੇ ਪਾਰਲੀਮੈਂਟ ਦੇ ਪੁੱਛ ਲੈਣ ਤਾਂ 20 ਮੈਂਬਰ ਜਾਂਦੇ ਆ ਜੀ। ਕਿਸ ਮਾਮਲੇ ਵਿੱਚ ਰਾਜ ਸਭਾ ਨੂੰ ਲੋਕ ਸਭਾ ਨਾਲੋਂ ਵੱਧ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ? ਹਾਂਜੀ, ਉਹ ਹੈ ਨਿਊ ਆਲ ਇੰਡੀਆ ਸੇਵਾਵਾਂ ਦੀ ਜਦੋਂ ਗਠਨ ਕਰਨਾ ਹੈ ਤਾਂ ਉਹਦੇ ਵਿੱਚ 312 ਆਰਟੀਕਲ ਦੇ ਤਹਿਤ ਰਾਜ ਸਭਾ ਕੋਲ ਵਿਸ਼ੇਸ਼ ਸ਼ਕਤੀਆਂ, ਜ਼ਿਆਦਾ ਪਾਵਰਾਂ ਹੈ ਲੋਕ ਸਭਾ ਨਾਲੋਂ। ਰਾਜ ਸਭਾ ਕਿਵੇਂ ਭੰਗ ਹੁੰਦੀ ਹੈ? ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ, ਠੀਕ ਹੈ ਜੀ। ਇਹਦਾ ਉੱਤਰ ਕਹਿੰਦੇ ਚੇਅਰਮੈਨ ਦੇ ਕਾਰਜਕਾਲ ਦਾ ਅੰਤ ਹੋ ਜੇ, ਜਾਣੀ ਕਿ ਉਪ ਰਾਸ਼ਟਰਪਤੀ ਦਾ ਸਮਾਂ ਪੂਰਾ ਹੋਣ ਤੇ। ਇਹ ਵੀ ਗਲਤ ਹੈ ਜੀ। 5 ਸਾਲ ਤੋਂ ਬਾਅਦ ਰਾਸ਼ਟਰਪਤੀ ਦੇ ਸ਼ਾਸਨਕਾਲ ਤੇ, ਇਹ ਵੀ ਗਲਤ ਹੈ ਜੀ। ਲੋਕ ਸਭਾ ਆਪਣੇ ਆਪ ਭੰਗ ਹੋ ਜਾਏਗੀ, ਇਹ ਵੀ ਗਲਤ ਹੈ ਜੀ, ਠੀਕ ਹੈ ਜੀ। ਜਦੋਂ ਲੋਕ ਸਭਾ ਭੰਗ ਹੋ ਜਾਏਗੀ ਉਹਦੇ ਨਾਲ ਹੀ ਕਹਿੰਦੇ ਰਾਜ ਸਭਾ ਭੰਗ ਹੋ ਜਾਏਗੀ, ਇਹਦਾ ਮਤਲਬ ਕਿ ਇਹ ਕਦੇ ਭੰਗ ਨਹੀਂ ਹੁੰਦੀ, ਉਪਰੋਕਤ ਵਿੱਚੋਂ ਕੋਈ ਨਹੀਂ। ਰਾਜ ਸਭਾ ਲੋਕ ਸਭਾ ਦੁਆਰਾ ਵਿਚਾਰ ਲਈ ਭੇਜੇ ਗਏ ਵਿੱਤ ਬਿੱਲ ਨੂੰ ਵੱਧ ਤੋਂ ਵੱਧ ਕਿੰਨੇ ਦੇਰੀ ਲਈ ਰੋਕ ਸਕਦੀ ਹੈ? ਇਹਦਾ ਰਾਈਟ ਆਨਸਰ ਹੈ ਜੀ 14 ਦਿਨ। 14 ਦਿਨ ਦੀ ਦੇਰੀ ਤੱਕ ਰੋਕ ਸਕਦੀ ਹੈ ਸੰਵਿਧਾਨ ਦੇ ਅਨੁਸਾਰ ਰਾਜ ਸਭਾ, ਠੀਕ ਹੈ ਜੀ। ਰਾਜ ਸਭਾ ਇਹ ਭੰਗ ਦਾ ਵਿਸ਼ਾ ਨਹੀਂ, ਇਹਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ, ਇਹ ਪਰਮਾਨੈਂਟ ਹੈ ਜਿਹੜਾ ਹਾਊਸ ਹੈ। ਹੁਣ ਅਗਲਾ ਜਿਹੜਾ ਲਾਸਟ ਟੌਪਿਕ ਉਹ ਹੈ ਜੀ ਆਪਣੇ ਕੋਲ ਸਪੀਕਰ ਆਫ ਲੋਕ ਸਭਾ। ਇਹ ਲਿਖਿਆ ਵਿੱਚੋਂ ਲੋਕ ਸਭਾ ਦਾ ਪਹਿਲਾ ਆਦੀਵਾਸੀ ਸਪੀਕਰ ਕੌਣ ਸੀ? ਪੀ ਏ ਸਗਮਾ ਜਿਹੜਾ ਸੀ ਉਹ ਪਹਿਲੇ ਆਦੀਵਾਸੀ ਸਪੀਕਰ ਸਨ। ਹਾਂਜੀ, ਸਪੀਕਰ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਫੈਕਟ। ਸਪੀਕਰ ਅਤੇ ਡਿਪਟੀ ਸਪੀਕਰ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਚੁਣਦੇ ਆ। 5 ਸਾਲਾਂ ਦੀ ਮਿਆਦ ਹੁੰਦੀ ਹੈ ਜੀ। ਇਸ ਸਮੇਂ ਤੋਂ ਪਹਿਲਾਂ ਵੀ ਅਸਤੀਫਾ ਦੇ ਸਕਦੇ ਆ ਜਾਂ 2/3 ਵੋਟਾਂ ਦੇ ਨਾਲ ਮਤਾ ਪਾਸ ਕਰਕੇ ਇਹਨਾਂ ਦੋਹਾਂ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ। ਲੋਕ ਸਭਾ ਦਾ ਸਪੀਕਰ ਆਪਣੀ 100 ਮੈਂਬਰ ਦੇ ਰੂਪ ਵਿੱਚ ਚੱਕਦਾ, ਨਾ ਕਿ ਸਪੀਕਰ ਦੇ ਤੌਰ ਤੇ। ਇਹ ਗੱਲ ਧਿਆਨ ਰੱਖ ਲੈਣੀ ਹੈ, ਵੈਰੀ ਇੰਪੋਰਟੈਂਟ। ਸਪੀਕਰ ਆਪਣਾ ਅਸਤੀਫਾ ਡਿਪਟੀ ਸਪੀਕਰ ਨੂੰ ਸੰਬੋਧਿਤ ਕਰਕੇ ਦੇਗਾ ਤੇ ਡਿਪਟੀ ਸਪੀਕਰ ਆਪਣਾ ਅਸਤੀਫਾ ਸਪੀਕਰ ਨੂੰ ਸੰਬੋਧਿਤ ਕਰਕੇ ਦਿੰਦਾ ਹੈ। ਜੇ ਸਪੀਕਰ ਨੂੰ ਬਰਖਾਸਤ ਕਰਨਾ ਹੈ ਤਾਂ 14 ਦਿਨ ਪਹਿਲਾਂ ਇਹਨੂੰ ਨੋਟਿਸ ਦੇਣਾ ਪਵੇਗਾ। ਜੀ ਵੀ ਮਾਵਲੰਕਰ ਲੋਕ ਸਭਾ ਦੇ ਪਹਿਲੇ ਸਪੀਕਰ ਸਨ। ਮੀਰਾ ਕੁਮਾਰੀ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਸਨ ਤੇ ਨੀਲਮ ਸੰਜੀਵਾ ਰੈਡੀ ਅਜਿਹੇ ਲੋਕ ਸਭਾ ਦੇ ਸਪੀਕਰ ਸਨ ਜੋ ਬਾਅਦ ਵਿੱਚ ਦੇਸ਼ ਦੇ ਰਾਸ਼ਟਰਪਤੀ ਬਣੇ। ਅਨੰਤ ਤਿਆਇਨਮ ਐਂਗਰ ਇਹ ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਸਨ। ਸਾਰੇ ਇੰਪੋਰਟੈਂਟ ਫੈਕਟਰ ਹੈ ਜੀ। ਇਹ ਸਾਰੇ ਇੰਪੋਰਟੈਂਟ ਫੈਕਟਰ ਤੁਸੀਂ ਧਿਆਨ 'ਚ ਰੱਖਣੇ। ਲੋਕ ਸਭਾ ਸਪੀਕਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦਾ ਜੀ। ਇਹ ਡਿਪਟੀ ਸਪੀਕਰ ਨੂੰ ਦੇਗਾ ਲੋਕ ਸਭਾ ਦੇ, ਤੇ ਡਿਪਟੀ ਸਪੀਕਰ ਹੈ ਉਹ ਸਪੀਕਰ ਨੂੰ ਦੇਗਾ ਜੀ। ਸਪੀਕਰ ਵੋਟ ਇਨ ਦੀ ਲੋਕ ਸਭਾ ਇਜ਼ ਕਾਲਡ, ਲੋਕ ਸਭਾ 'ਚ ਸਪੀਕਰ ਦੀ ਵੋਟ ਨੂੰ ਆਪਾਂ ਕਾਸਟਿੰਗ ਵੋਟ ਕਹਿੰਦੇ ਹਾਂ, ਨਿਰਣਾਇਕ ਮਤ ਵੀ ਕਿਹਾ ਜਾਂਦਾ। ਫਿਰ ਲਿਖੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ਜੀ? ਹਾਂਜੀ, ਲੋਕ ਸਭਾ ਦੇ ਸਪੀਕਰ ਨੂੰ ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਬਹੁਮਤ ਦੁਆਰਾ ਪਾਸ ਮਤੇ ਦੇ ਨਾਲ ਹਟਾਇਆ ਜਾ ਸਕਦਾ ਹੈ। ਲੋਕ ਸਭਾ ਤੇ ਰਾਜ ਸਭਾ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ। ਲੋਕ ਸਭਾ ਦੇ ਹਾਜ਼ਰ ਮੈਂਬਰਾਂ ਦੇ 2/3 ਨਾਲ ਹਟਾਇਆ ਜਾ ਸਕਦਾ ਹੈ। ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਆਪਾਂ ਪੜ੍ਹ ਕੇ ਗਏ ਹਾਂ, ਲੋਕ ਸਭਾ ਦੇ ਜਿਹੜੇ ਕੁੱਲ ਮੈਂਬਰਾਂ ਦਾ 2/3 ਜਿਹੜਾ ਲੋਕ ਸਭਾ ਦੇ ਹਾਜ਼ਰ ਮੈਂਬਰਾਂ ਦਾ 2/3 ਦੇ ਨਾਲ ਇਸ ਨੂੰ ਸਪੀਕਰ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਹਾਂਜੀ, ਭਾਰਤ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਸੰਯੁਕਤ ਸੈਸ਼ਨ ਦੀ ਪ੍ਰਧਾਨਗੀ ਕੌਣ ਕਰਦਾ ਹੈ? ਹਾਂਜੀ, ਇਹ ਸੰਯੁਕਤ ਦੀ ਪ੍ਰਧਾਨਗੀ ਕਰਦਾ ਲੋਕ ਸਭਾ ਦਾ ਸਪੀਕਰ। ਪਹਿਲੀ ਲੋਕ ਸਭਾ ਦਾ ਸਪੀਕਰ ਕੌਣ ਸੀਗਾ? ਉਹ ਸੀ ਜੀ ਵੀ ਮਾਵਲੰਕਰ। ਇਹ ਧਿਆਨ 'ਚ ਰੱਖ ਲੈਣਾ ਜੀ। ਕੌਣ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ? ਇਹ ਸਪੀਕਰ ਫੈਸਲਾ ਕਰਦਾ ਜੀ। ਲੋਕ ਸਭਾ ਦੀ ਸਪੀਕਰ ਬਣਨ ਵਾਲੀ ਪਹਿਲੀ ਮਹਿਲਾ ਜੀ ਬਣੀ ਸੀ ਮੀਰਾ ਕੁਮਾਰ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।